संत हमारा गैणा, संत हमारा गैणा। संत हमारी ओट सताणी, संत हमारा गैणा। हम संतन की रैन प्यारे, हम संतन की शरणा। संत हमारा गैणा, संत हमारा गैणा। हम संतन स्यों बन आई, पूर्व लिखे पाई। ए मन तेरा पाई, संत हमारा गैणा। संतन स्यों मेरी लेवा देवी, संतन स्यों ब्योहारा। संतन स्यों हम लाह खाटिया, हर भगत परे भंडारा। संत हमारा गैणा, संत हमारा गैणा। संतन मोको पूंजी सौंपी, तो उतरिया मन का तोखा। धर्म राय अब कहा करेगो, जो फाट्यो सगलो लेखा। संत हमारा गैणा, संत हमारा गैणा। महा आनंद पै सुख पाया, संतन कै प्रसादे। कहो नानक हर स्यों मन मान्या, रंग रते बिस्मादे। संत हमारा गैणा, संत हमारा गैणा। हम संतन स्यों बन आई, पूर्व लिखे पाई। ਇਹ ਮਨ ਤੇਰਾ ਭਾਈ, ਸੰਤ ਹਮਾਰਾ ਗੈਣਾ। ਸੰਤ ਹਮਾਰਾ ਗੈਣਾ, ਸੰਤ ਹਮਾਰਾ ਗੈਣਾ। ਸੰਤ ਹਮਾਰਾ ਗੈਣਾ। ਕਰਮੀ ਸਹਿਜ ਨ ਉਪਜੈ, ਬਿਨ ਸਹਿਜੈ ਸਹਿਸਾ ਨ ਜਾਏ। ਨਹਿ ਜਾਏ ਸਹਿਸਾ ਕਿਤੈ, ਸੰਜਮ ਰਹੇ ਕਰਮ ਕਮਾਏ। ਸਹਿਸੈ ਜਿਉ ਮਲੀਨ ਹੈ, ਕਿਤ ਸੰਜਮ ਤੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹ ਸਹਿਸਾ ਬਜਾਏ। ਜਿਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾਂ ਮੈਂ ਨਾਮ ਉਤਮ ਸੋ ਸੁਣੈ ਨਾਹੀ, ਫਿਰੈ ਜਿਉ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਜਨਮ ਰਤਨ ਜਿਨੀ ਖਟਿਆ, ਭਲੇ ਸੇ ਵਣਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹੈ ਗੁਰ ਨਾਲੇ। ਸਤਿਗੁਰਾਂ ਦੀ ਸਾਜੀ ਨਵਾਜੀ
ਪਿਆਰੀ ਸਾਧ ਸੰਗਤ ਜੀਓ, ਗੁਰੂ ਖਾਲਸਾ ਜੀਓ ਅਤੇ ਗੁਰਬਾਣੀ ਵਿਚਾਰ ਦੇ ਸੂਝਵਾਨ ਪਤਵੰਤੇ ਸੱਜਣੋ, ਆਪ ਜੀ ਦੇ ਚਰਨਾਂ ਦੇ ਵਿੱਚ ਪ੍ਰਣਾਮ। ਆਪਣੀ ਹਕੀਰ ਬੁੱਧੀ ਦੁਆਰਾ ਅਗਲੀ ਵਿਚਾਰ ਹਾਜ਼ਰ ਹੈ ਆਨੰਦ ਸਾਹਿਬ ਦੇ ਵਿੱਚੋਂ। ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਸਾਨੂੰ ਅੱਗੇ ਸਮਝਾ ਰਹੇ ਹੈ ਇਸ ਬਾਣੀ ਦੇ ਪਰਥਾਏ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਕਿਸੇ ਵੀ ਕਰਮ ਵਿਸ਼ੇਸ਼ ਕਰਨ ਦੇ ਨਾਲ, ਕਰਮ ਕਾਂਡ ਕਰਨ ਦੇ ਨਾਲ, ਕਰਮ ਧਰਮ ਕਰਨ ਦੇ ਨਾਲ ਸਹਿਜ ਉਤਪੰਨ ਨਹੀਂ ਹੁੰਦਾ, ਔਰ ਸਹਿਜ ਤੋਂ ਬਿਨਾਂ ਸਹਿਸਾ ਨਹੀਂ ਜਾਂਦਾ। ਬਹੁਤ ਕੀਮਤੀ ਬਾਤਾਂ ਨੇ ਸਾਧ ਸੰਗਤ ਜੀਓ, ਧਿਆਨ ਨਾਲ ਸੁਣਿਓ। ਕਿਸੇ ਕਰਮ ਵਿਸ਼ੇਸ਼ ਨਾਲ ਸਹਿਜ ਪੈਦਾ ਨਹੀਂ ਹੁੰਦਾ, ਸਹਿਜ ਤੋਂ ਬਿਨਾਂ ਸਹਿਸਾ ਨਹੀਂ ਅੰਦਰਲਾ ਜਾਂਦਾ। ਕਰਮੀ ਆਪ ਸਮਝਦੇ ਆ ਵੀ ਕਰਮ ਧਰਮ ਕਰਨ ਨੂੰ ਕਹਿੰਦੇ ਆ, ਜਿਹੜਾ ਕੁਛ ਬੰਦਾ ਆਪਣੇ ਤੌਰ ਪਰ ਕਰਦਾ ਧਰਮ ਦੇ ਨਾਮ ਪਰ, ਜਿਹਦੇ 'ਚ ਤੀਰਥਾਂ ਦਾ ਰਟਨ, ਪੁੰਨਦਾਨ, ਉੱਪਰੋਂ ਸੋ ਕਾਲ ਸੇਵਾ ਤ੍ਰੈ ਗੁਣਾ 'ਚ, ਔਰ ਜੋ ਵੀ ਰੱਬ ਦੇ ਨਾਂ ਪਰ ਕੋਈ ਆਸਣ ਕਰਦਾ ਹੈ, ਕੋਈ ਧਿਆਨ ਟਿਕਾਉਂਦਾ ਕਿਤੇ ਬਾਹਰ, ਇਹ ਸਾਰਾ ਹੀ ਕਰਮ ਧਰਮ ਹੈ ਜਾਂ ਕਰਮ ਕਾਂਡ ਵੀ ਕਹਿ ਸਕਦੇ। ਕਰਮ ਕਾਂਡ ਵਿੱਚ ਸਾਧ ਸੰਗਤ ਜੀਓ ਬੰਦੇ ਦਾ ਮਨ ਨਹੀਂ ਹੁੰਦਾ, ਕਰੀ ਜਾਂਦਾ। ਕਰਮ ਧਰਮ ਵਿੱਚ ਮਨ ਜ਼ਰੂਰ ਹੁੰਦਾ, ਲੇਕਿਨ ਉਹ ਇੱਕ ਦੇ ਨਿਮਿਤ ਨਹੀਂ ਹੁੰਦਾ, ਇਹ ਫਰਕ ਹੈ ਇਹਨਾਂ 'ਚ। ਕਰਮ ਧਰਮ ਇੱਕ ਤੋਂ ਬਿਨਾਂ ਹੋਰਾਂ ਦੇ ਨਿਮਿਤ ਹੁੰਦਾ, ਦੇਵੀ ਦੇਵਤਾਵਾਂ ਦੇ ਨਿਮਿਤ ਹੁੰਦਾ। ਅਤੇ ਰੱਬ ਦੇ ਪ੍ਰਤੀ ਜਿਹੜਾ ਕਰਮ ਹੈ ਉਹ ਬਹੁਤ ਪਵਿੱਤਰ ਹੁੰਦਾ, ਉਹ ਕਰਮ ਧਰਮ ਵੀ ਪਵਿੱਤਰ ਹੋ ਜਾਂਦਾ ਜਿਹੜਾ ਏਕੇ ਨਾਲ ਜੋੜੇ। ਸੋ ਜਿਹੜਾ ਦੁਨਿਆਵੀ ਕਰਮ ਧਰਮ ਹੈ ਉਹਦੇ ਨਾਲ ਸਹਿਜ ਕਦੇ ਪੈਦਾ ਨਹੀਂ ਹੁੰਦਾ। ਸਹਿਜ ਕਿਹਨੂੰ ਕਿਹਾ ਜਾਂਦਾ? ਵੈਸੇ ਤਾਂ ਸਹਿਜ ਦੇ ਉੱਤੇ ਇੱਕ ਪੂਰਾ ਚੈਪਟਰ ਦਾਸਰਾ ਬਾਅਦ ਵਿੱਚ ਕਿਸੇ ਟਾਈਮ ਵਿਚਾਰ ਕਰੂਗਾ, ਮੋਟੇ ਤੌਰ 'ਤੇ ਸਮਝ ਆ ਜਾਵੇ। ਗੁਰ ਭੇਂਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ। ਗੁਰੂ ਦੀ ਭੇਂਟਾ ਹੋਣ ਤੋਂ ਬਾਅਦ ਵਿੱਚ ਸਹਿਜ ਪੈਦਾ ਹੁੰਦਾ ਮਨ ਵਿੱਚ। ਸਹਿਜ ਗੁਰਬਾਣੀ ਦੇ ਵਿੱਚ ਕਈ ਅਰਥਾਂ ਵਿੱਚ ਆਇਆ ਸਾਧ ਸੰਗਤ ਜੀ। ਉਹ ਸਹਿਜ ਦਾ ਮਤਲਬ ਸੁਭਾਅ ਵੀ ਹੁੰਦਾ ਹੈ। ਜਿਵੇਂ ਅੰਮ੍ਰਿਤ ਲੈ ਲੈ ਨੀਮ ਸਿੰਚਾਈ, ਕਉ ਕਬੀਰ ਵਾਂ ਕਾ ਸਹਿਜ ਨਾ ਜਾਈ। ਤਾਂ ਉੱਥੇ ਸਹਿਜ ਦਾ ਮਤਲਬ ਹੈ ਸੁਭਾਅ। ਨਿੰਮ ਦਾ ਸੁਭਾਅ ਨਹੀਂ ਬਦਲਦਾ, ਭਾਵੇਂ ਉਹਦੇ 'ਚ ਦੁੱਧ ਪਾਈ ਜਾਓ। ਗੁਰੂ ਦੀ ਭੇਂਟ ਤੋਂ ਬਿਨਾਂ, ਸ਼ਬਦ ਦੀ ਭੇਂਟ ਤੋਂ ਬਿਨਾਂ ਸਹਿਜ ਪੈਦਾ ਨਹੀਂ ਹੁੰਦਾ। ਸਹਿਜ ਦਾ ਮਤਲਬ ਹੁੰਦਾ ਹੈ ਜਿਹੋ ਜਿਹਾ ਮਨ ਪਹਿਲਾਂ ਸੀਗਾ ਉਹੋ ਜਿਹਾ ਕਰ ਲੈਣਾ। ਅਬ ਮਨ ਉਲਟ ਸਨਾਤਨ ਹੁਆ, ਤਬ ਜਾਣਿਆ ਜਬ ਜੀਵਤ ਮੁਆ। ਪਹਿਲਾਂ ਵਾਲੀ ਹਾਲਤ ਜਿਹੜੀ ਮਾਂ ਦੇ ਪੇਟ ਵਿੱਚ ਸੀਗੀ ਉਹੀ ਜਿਹੀ ਹਾਲਤ ਵਿੱਚ ਲਿਆਉਣਾ ਇਹਨੂੰ, ਉਹਨੂੰ ਸਹਿਜ ਕਹਿੰਦੇ ਆ। ਆਪਣੇ ਆਪ ਤੋਂ ਕੁਦਰਤੀ ਤੌਰ 'ਤੇ ਸਹਿਜ ਸੁਭਾਅ ਪੈਦਾ ਹੋ ਜਾਣਾ। ਭੈ ਤੇ ਸਹਿਜ ਪਾਈਐ, ਮਿਲ ਜੋਤੀ ਜੋਤ ਅਪਾਰ। ਜਦੋਂ ਨਿਰਮਲ ਭਾਉ ਪੈਂਦਾ ਗੁਰੂ ਭੇਂਟ ਤੋਂ ਬਾਅਦ, ਉਸ ਤੋਂ ਬਾਅਦ ਵਿੱਚ ਸਹਿਜ ਦੀ ਉਤਪਤੀ ਹੁੰਦੀ, ਔਰ ਨਿਰਮਲ ਭਾਉ ਸਹਿਜ ਦਾ ਹੀ ਇੱਕ ਅੰਗ ਹੈ। ਚੌਥਾ ਪਦ ਔਰ ਪਰਮ ਪਦ ਦੋਨੋਂ ਸਹਿਜ ਦੇ ਲਿਖਾਇਕ ਹੈ। ਚੌਥੇ ਪਦ ਤੋਂ ਬਾਅਦ ਜਦੋਂ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਉਦੋਂ ਫਿਰ ਪਰਮ ਪਦ ਜਾਂ ਅਮਰਾ ਪਦ ਬਣਦਾ ਹੈ। ਜੀਵਨ ਪੁਰਖ ਮਿਲਿਆ ਹਰ ਰਾਇਆ, ਕਹੋ ਨਾਨਕ ਪਰਮ ਪਦ ਪਾਇਆ। ਇਹ ਮਾਇਆ ਦੇ ਤਿੰਨੇ ਗੁਣਾਂ ਤੋਂ ਕੱਟ ਕੇ ਉੱਪਰ ਜਦੋਂ ਗੁਰੂ ਸਾਨੂੰ ਪਹੁੰਚਾਉਂਦਾ ਹੈ, ਸਾਡੀ ਆਤਮਿਕ ਅਵਸਥਾ ਉੱਚੀ ਹੁੰਦੀ ਹੈ, ਉਦੋਂ ਸਹਿਜ ਪੈਦਾ ਹੁੰਦਾ। ਫਰਮਾਨ ਹੈ ਤ੍ਰੈ ਗੁਣਾਂ ਵਿੱਚ ਸਹਿਜ ਨਾ ਪਾਈਏ, ਤ੍ਰੈ ਗੁਣ ਭਰਮ ਭੁਲਾਏ। ਪੜ੍ਹੀਐ ਗੁਣੀਐ ਕਿਆ ਕਥੀਐ, ਜਾਂ ਮੁੱਢੋਂ ਕੁੱਥਾ ਜਾਏ। ਚੌਥੇ ਪਦ ਮੈਂ ਸਹਿਜ ਹੈ, ਗੁਰਮੁਖ ਪੱਲੇ ਪਾਏ। ਆਪਣੇ ਪੜ੍ਹੇ ਤੋਂ, ਕਰੇ ਤੋਂ, ਵਿਚਾਰੇ ਤੋਂ, ਗੁਣੇ ਤੋਂ ਸਹਿਜ ਪੈਦਾ ਨਹੀਂ ਹੁੰਦਾ ਕਦੇ ਵੀ, ਕਿਉਂਕਿ ਇਹ ਤਿੰਨਾਂ ਗੁਣਾਂ 'ਚ ਅਸੀਂ ਕਰਦੇ ਹਾਂ। ਜੇ ਗੁਰੂ ਦੇ ਨਾਲ ਸਾਡੀ ਭੇਂਟ ਹੋ ਜਾਏ, ਸ਼ਬਦ ਦੇ ਨਾਲ ਭੇਂਟ ਹੋ ਜਾਏ, ਯਾਨੀ ਭੇਂਟ ਤੋਂ ਮੁਰਾਦ ਹੈ ਸਾਡੀ ਮੈਂ ਟੁੱਟ ਜਾਏ, ਹਉਮੈ ਜਿਹੜੀ ਬਰੀਕ ਅੰਦਰ ਲੱਗੀ ਹੋਈ ਹੈ, ਫੇਰ ਸਹਿਜ ਪੈਦਾ ਹੋ ਸਕਦਾ। ਅਸੀਂ ਮੁੱਢ ਤੋਂ ਹੀ ਕਿੱਥੇ ਜਾ ਰਹੇ ਹਾਂ। ਹਉਮੈ ਨੂੰ ਕੰਟਰੋਲ ਨਹੀਂ ਕਰਨਾ ਚਾਹੁੰਦੇ, ਰੱਬ ਨੂੰ ਪਾਉਣਾ ਚਾਹੁੰਦੇ ਹਾਂ। ਇਹ ਹੈ ਮੁੱਢੋਂ ਕੁੱਥਾ ਜਾਣ ਦੀ ਗੱਲ। ਆਪਣੇ ਅੰਦਰ ਚੋਟ ਨਹੀਂ ਮਾਰਨੀ ਚਾਹੁੰਦੇ, ਕਿਉਂਕਿ ਅੰਦਰ ਤੋਂ ਫਿਰ ਜਦ ਮੈਂ ਟੁੱਟਦੀ ਹੈ ਬੰਦੇ ਨੂੰ ਤਕਲੀਫ ਹੁੰਦੀ ਹੈ। ਜੇ ਦੂਜਾ ਕੋਈ ਤੋੜੇ ਤਾਂ ਵੀ ਤਕਲੀਫ ਹੁੰਦੀ ਹੈ। ਪਰ ਗੁਰੂ ਦਾ ਕਰਮ ਇਹੀ ਹੈ ਵੀ ਮੈਂ ਤੋੜ ਕੇ ਆਪਣੇ ਕੋਲ ਲਿਆਉਣਾ ਸਿੱਖ ਨੂੰ, ਫਿਰ ਸਹਿਜ ਪੈਦਾ ਹੋ ਸਕਦਾ, ਅਦਰਵਾਈਜ਼ ਨਹੀਂ।
ਤੋ ਸਾਧ ਸੰਗਤ ਜੀ, ਉਹ ਸਹਿਜ ਦੇ ਵਿੱਚ ਦੁੱਖ ਸੁੱਖ, ਲੋਭ ਮੋਹ ਅਭਿਮਾਨ ਸਭ ਨਿਕਲ ਜਾਂਦੇ, ਹਰ ਸੋਗ ਤੇ ਦੂਰ ਹੋ ਜਾਂਦਾ ਬੰਦਾ। ਆਸਾ ਮਨਸਾ ਸਾਰਾ ਕੁਛ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸਭ ਭੱਜ ਜਾਂਦੇ। ਉਹ ਸਹਿਜ ਦੀ ਅਵਸਥਾ ਹੁੰਦੀ ਹੈ। ਇਹ ਸਹਿਜ ਕੇਵਲ ਗੁਰੂ ਕੋਲ ਹੁੰਦਾ ਹੈ, ਸੰਤ ਕੋਲ ਹੁੰਦਾ ਹੈ। ਉੱਥੋਂ ਫਿਰ ਅੱਗੇ ਚੱਲਦਾ, ਅੱਗੇ ਆਉਂਦਾ। ਜੇ ਕੋਈ ਬੰਦਾ ਉਹਦਾ ਅਨੁਸਾਰੀ ਹੋ ਜੇ, ਟੋਟਲ ਸਮਰਪਿਤ ਹੋ ਜੇ ਗੁਰੂ ਨੂੰ, ਗੁਰੂ ਦਾ ਮਨ ਪਸੀਜ ਜਾਵੇ, ਵੀਹ ਵਿਸਵੇ, ਫਿਰ ਸਹਿਜ ਦੀ ਪ੍ਰਾਪਤੀ ਹੋ ਸਕਦੀ, ਅਦਰਵਾਈਜ਼ ਨਹੀਂ ਹੁੰਦੀ। ਔਰ ਇਹ ਜਿਹੜਾ ਸਾਡਾ ਮਨ ਹੈ, ਇਹਦੇ ਵਿੱਚ ਸਹਿਸਾ ਬਣਿਆ ਰਹਿੰਦਾ ਹਰ ਵਕਤ। ਇਹ ਤਿੰਨਾਂ ਗੁਣਾਂ 'ਚ ਸਹਿਸਾ ਰਹਿੰਦਾ ਹੀ ਰਹਿੰਦਾ। ਸਾਧ ਸੰਗਤ ਜੀਓ, ਇਹ ਸਹਿਸੇ ਨੂੰ ਤੋੜਨ ਖਾਤਰ ਸਤਿਗੁਰ ਭੇਟੈ ਤਾਂ ਸਹਿਸਾ ਟੂਟੈ, ਧਾਵਤ ਵਰਜ ਰਹਾਈਐ। ਦੌੜਦੇ ਮਨ ਨੂੰ ਕਿੱਕਣ ਰੋਕਣਾ ਹੈ? ਸਤਿਗੁਰੂ ਦੀ ਭੇਂਟ ਕਰਕੇ, ਸਤਿਗੁਰੂ ਦੇ ਨਾਲ ਮਿਲਾਪ ਕਰਕੇ, ਫਿਰ ਸਾਡਾ ਇਹ ਸਹਿਸਾ ਟੁੱਟ ਸਕਦਾ ਹੈ। ਨਿਜਰ ਝਰੈ ਸਹਿਜ ਤੁਨ ਲਾਗੈ, ਘਰ ਹੀ ਪਰਚਾ ਪਾਈਐ। ਫਿਰ ਇੱਕ ਰਸ ਅੰਦਰੋਂ ਅੰਮ੍ਰਿਤ ਟਪਕਦਾ ਹੈ, ਸਹਿਜ ਧੁਨ ਲੱਗ ਪੈਂਦੀ, ਅੰਦਰ ਚੱਲ ਪੈਂਦੀ ਹੈ। ਹਰ ਹਰ ਧੁਨ, ਨਾਮ ਧੁਨ, ਸ਼ਬਦ ਧੁਨ, ਕਈ ਨਾਮ ਹੈ ਇਹਦੇ, ਹਰ ਵਕਤ ਆਪਣੇ ਆਪ ਅੰਦਰ ਤੋਂ। ਔਰ ਘਰ ਵਿੱਚ ਹੀ ਪਰਚਾ ਪੈ ਜਾਂਦਾ, ਕਿਧਰੇ ਜਾਣ ਭੱਜਣ ਦੀ ਨੱਠਣ ਦੀ ਲੋੜ ਨਹੀਂ ਪੈਂਦੀ। ਧਾਵਤ ਮਨ ਸਥਿਰ ਹੋ ਜਾਂਦਾ, ਸ਼ਾਂਤੀ ਆ ਜਾਂਦੀ। ਇਹੀ ਫਰਕ ਹੈ ਭਗਤਾਂ ਦਾ ਔਰ ਸੰਸਾਰ ਦਾ। ਸੰਸਾਰ ਬਾਹਰ ਭਰਮਦਾ ਫਿਰਦਾ, ਟੋਲਦਾ ਫਿਰਦਾ ਕੰਦਰਾਂ ਵਿੱਚ, ਪਹਾੜਾਂ 'ਚ ਔਰ ਤੀਰਥਾਂ ਪਰ। ਭਗਤ ਅੰਦਰ ਤੋਂ ਪਾ ਲੈਂਦਾ। ਭਗਤ ਦੀ ਟੇਕ ਹੋ ਜਾਂਦੀ ਹੈ, ਨਿਸ਼ਚਾ ਹੋ ਜਾਂਦਾ, ਉਹ ਖੜ੍ਹ ਜਾਂਦਾ ਇੱਕ ਰੱਬ ਦੇ ਉੱਤੇ, ਆਪਣੇ ਅੰਦਰ ਤੋਂ ਕੱਢ ਲੈਂਦਾ, ਉਹਨੂੰ ਪ੍ਰਾਪਤ ਕਰ ਲੈਂਦਾ। ਅੰਤਰ ਖੂਟਾ ਅੰਮ੍ਰਿਤ ਭਰਿਆ, ਸ਼ਬਦੇ ਕਾਢ ਪੀਐ ਪਨਿਹਾਰੀ। ਖੂਹ 'ਚੋਂ ਪਾਣੀ ਕੱਢਿਆ ਜਾਂਦਾ ਸੀ ਲੱਜ ਦੇ ਨਾਲ, ਰੱਸੇ ਨਾਲ। ਸ਼ਬਦ ਦਾ ਰੱਸਾ ਬਣਾ ਕੇ ਇਹ ਅੰਮ੍ਰਿਤ ਦਾ ਕੁੰਡ ਅੰਦਰੋਂ, ਇਹਦੇ 'ਚੋਂ ਪਾਣੀ ਕੱਢਿਆ ਜਾ ਸਕਦਾ, ਅੰਮ੍ਰਿਤ ਕੱਢਿਆ ਜਾ ਸਕਦਾ। ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਬੜਾ ਨਿਰਮਲ ਜਲ ਹੈ ਉਹ, ਜਿਹੜਾ ਅੰਮ੍ਰਿਤ ਅੰਦਰੋਂ ਪੈਦਾ ਹੁੰਦਾ ਹੈ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਇੱਥੇ ਆ ਕੇ ਟਿਕ ਜਾਂਦਾ ਬੰਦਾ। ਸਾਰੀ ਗੁਰਬਾਣੀ ਪੜ੍ਹਨ ਦਾ, ਸੁਣਨ ਦਾ, ਵਿਚਾਰਨ ਦਾ ਪ੍ਰਯੋਜਨ ਇਹੀ ਹੈ ਵੀ ਸਾਡੇ ਅੰਦਰ ਨਾਮ ਚੱਲ ਪਵੇ। ਸਾਧ ਸੰਗਤ ਜੀ, ਉਹ ਜਦੋਂ ਨਾਮ ਚੱਲ ਪਿਆ, 24 ਘੰਟੇ ਸੁਤਾ ਉੱਧਰ ਨੂੰ ਲੱਗਦੀ ਹੈ। ਫਿਰ ਇੱਥੋਂ ਤੱਕ ਵੀ ਸੁੱਤੇ ਪਿਆਂ ਵੀ ਨਾਮ ਜਪਦਾ ਬੰਦਾ। ਭਾਵੇਂ ਇਹ ਗੱਲ ਜਿਹੜੇ ਬੁੱਧੀ ਵਾਲੇ ਉਹਨਾਂ ਨੂੰ ਮੰਨਣੀ ਔਖੀ ਹੈ, ਪਰ ਇਹ ਹਕੀਕਤ ਹੈ। ਦਿਮਾਗ ਦਾ ਪਿਛਲਾ ਪਾਸਾ ਜਿਹੜਾ ਮੈਡੂਲਾ ਓਬਲੰਗੇਟਾ, ਜਿੱਥੋਂ ਸਵਾਸ ਹਰ ਵਕਤ ਸੁੱਤੇ ਪਿਆਂ ਦੇ ਵੀ ਚੱਲਦੇ ਆ, ਦਿਲ ਦੀ ਧੜਕਣ ਚੱਲਦੀ ਹੈ ਸੁੱਤੇ ਪਿਆਂ ਦੀ, ਉਸੇ ਤਰ੍ਹਾਂ ਨਾਮ ਚੱਲਦਾ ਉੱਥੋਂ। ਇਹ ਕੋਈ ਅਲੋਕਾਰੀ ਗੱਲ ਨਹੀਂ ਹੈ, ਇਹ ਤਾਂ ਕਰਨ ਦਾ ਵਿਸ਼ਾ। ਅਸਲ 'ਚ ਸਹਿਜ ਕਹਿਣ ਦਾ ਵਿਸ਼ਾ ਨਹੀਂ ਹੈ, ਸਹਿਜ ਮਾਣਨ ਦਾ ਵਿਸ਼ਾ ਹੈ। ਜਿਹਦੇ ਅੰਦਰ ਇਹ ਉਤਪੰਨ ਹੋ ਗਿਆ, ਜਾਂ ਕਹਿ ਸਹਿਜ ਭਇਆ ਸੋ ਜਾਣੈ, ਨਾਨਕ ਦਾਸ ਤਾਂ ਕਹਿ ਕੁਰਬਾਨੈ। ਗੁਰੂ ਨਾਨਕ ਪਾਤਸ਼ਾਹ ਵੀ ਉਹਦੇ ਕੁਰਬਾਨ ਜਾਣ ਦੀ ਬਾਤ ਕਰਦੇ ਆ, ਜਿਹਦੇ ਅੰਦਰ ਸਹਿਜ ਪੈਦਾ ਹੋਵੇ। ਬਹੁਤ ਉੱਚੀ ਅਵਸਥਾ 'ਚ ਪੈਦਾ ਹੁੰਦਾ, ਇਹ ਆਪਣੇ ਵੱਸ ਦੀ ਗੱਲ ਹੀ ਨਹੀਂ ਹੈ। ਕਦਮ ਆਪਾਂ ਨੇ ਪਹਿਲਾਂ ਜ਼ਰੂਰ ਪੱਟਣਾ ਉੱਧਰ ਨੂੰ, ਉਹ ਤ੍ਰੈ ਗੁਣਾਂ 'ਚ ਹੁੰਦਾ ਜਿਹੜਾ ਪਹਿਲਾ ਕਦਮ ਹੈ ਸਾਡਾ। ਹੌਲੀ ਹੌਲੀ ਫਿਰ ਸਾਨੂੰ ਰਫਤਾ ਰਫਤਾ ਪਰਮਾਤਮਾ ਸਾਡੇ ਵੱਲ ਨੂੰ ਆਉਂਦਾ ਜਾਂਦਾ, ਮੈਂ ਤੋੜ ਕੇ ਸਾਡੇ ਅੰਦਰ ਨਾਮ ਟਿਕਾ ਦਿੰਦਾ। ਫਿਰ ਨਿਰਮਲ ਭਾਉ ਪੈਦਾ ਹੁੰਦਾ, ਉਸ ਨਿਰਮਲ ਭਾਉ ਦੇ ਵਿੱਚੋਂ ਹੀ ਸਹਿਜ ਪੈਦਾ ਹੁੰਦਾ। ਤੋ ਸਾਧ ਸੰਗਤ ਜੀ, ਥੋੜ੍ਹੀ ਜਿਹੀ ਵਿਚਾਰ ਨਟਸ਼ੈਲ 'ਚ ਕਰੀਏ ਸਹਿਜ ਦੀ, ਤਾਂ ਕਿ ਸਮਝ ਆ ਜਾਏ ਕੁਛ ਬਾਤ। ਅੱਗੇ ਆ ਜਾਂਦਾ ਸਹਿਸਾ। ਸਹਿਸਾ ਮਨ ਦੀ ਉਹ ਹਾਲਤ ਹੈ ਜਿਹੜੀ ਤ੍ਰੈ ਗੁਣਾਂ 'ਚ ਆਪਣੀ ਹੁੰਦੀ ਹੈ ਆਪਾਂ ਦੀ। ਇਹਦੇ ਵਿੱਚ ਸ਼ੰਕਾ, ਭਰਮ, ਡੁਐਲਿਟੀ ਦੂਜਾ ਭਾਉ, ਔਰ ਸਹਿਮ ਡਰ, ਇਹ ਬਣੇ ਰਹਿੰਦੇ। ਜਦੋਂ ਸਹਿਜ ਪੈਦਾ ਹੋ ਜਾਏ, ਨਾਲੇ ਤਾਂ ਮਨ ਦਾ ਡਰ ਨਿਕਲ ਜਾਂਦਾ, ਨਿਰਭਉ ਹੋ ਜਾਂਦਾ ਬੰਦਾ, ਨਾਲੇ ਸ਼ੰਕੇ ਨਿਕਲ ਜਾਂਦੇ, ਡੁਐਲਿਟੀ ਖਤਮ ਹੋ ਜਾਂਦੀ ਹੈ, ਦੂਜਾ ਭਾਉ ਖਤਮ ਹੋ ਜਾਂਦਾ, ਏਕੇ ਪਰ ਟੇਕ ਆ ਜਾਂਦੀ ਹੈ। ਤੋ ਬਿਨਾਂ ਸਹਿਜ ਤੋਂ, ਕਰਮਾਂ ਦੇ ਨਾਲ ਸਹਿਜ ਨਹੀਂ ਉਤਪੰਨ ਹੁੰਦਾ, ਕੇਵਲ ਗੁਰੂ ਭੇਂਟ ਨਾਲ ਪਰਮਾਤਮਾ ਦੀ ਰਜ਼ਾ 'ਚ ਹੁੰਦਾ ਹੈ। ਔਰ ਸਹਿਜ ਤੋਂ ਬਿਨਾਂ ਸਹਿਸਾ ਨਹੀਂ ਟੁੱਟਦਾ ਬੰਦੇ ਦਾ। ਸਹਿਜ ਗੁਰੂ ਭੇਂਟਾਂ ਪਰ ਡਿਪੈਂਡ ਕਰਦਾ ਹੈ, ਇਸੇ ਕਰਕੇ ਸਹਿਸਾ ਟੁੱਟੂਗਾ, ਅਦਰਵਾਈਜ਼ ਸਹਿਸਾ ਬਣਿਆ ਹੀ ਰਹਿੰਦਾ, ਜਿੰਨਾ ਮਰਜ਼ੀ ਕਰਮ ਧਰਮ ਕਰੀ ਜਾਓ।
ਨਹਿ ਜਾਏ ਸਹਿਸਾ ਕਿਤੇ ਸੰਜਮ। ਜਿਹੜੇ ਮਰਜੀ ਸੰਜਮ ਤਰੀਕੇ ਵਸੀਲੇ ਕਰੀ ਜਾਓ, ਉਪਾਅ ਕਰੀ ਜਾਓ, ਇਹ ਸਹਿਸਾ ਨਹੀਂ ਜਾਂਦਾ ਕਦੇ। ਰਹੇ ਕਰਮ ਕਮਾਏ, ਬਥੇਰੇ ਕਰਮ ਕਰਕੇ ਰਹਿ ਗਏ ਦੁਨੀਆ। ਕੋਈ ਭਭੂਤੀਆਂ ਲਾ ਕੇ, ਕੋਈ ਨੱਕ ਦੇ ਉੱਪਰ ਨਿਗਾਹ ਟਿਕਾ ਕੇ, ਕੋਈ ਸਿੱਧ ਆਸਣ ਕਰਕੇ, ਕੋਈ ਯੋਗ ਆਸਣ ਕਰਕੇ, ਕੋਈ ਭੁਜੰਗਮ ਆਸਣ ਕਰਕੇ, ਕੋਈ ਨਿਉਲੀ ਕਰਮ ਕਰਕੇ, ਕੋਈ ਭੁਜੰਗਮ ਪਾਠੀ ਕਰਕੇ, ਬਹੁਤ ਕੁਛ ਕਰਦਾ ਇਹ ਸੰਸਾਰ। ਸਿੱਧਾਂ ਨੇ ਬਹੁਤ ਕੁਛ ਕਰਿਆ, ਲੇਕਿਨ ਸਹਿਜ ਨਹੀਂ ਉਤਪੰਨ ਹੁੰਦਾ। ਦੁਨੀਆ ਨੂੰ ਭਰਮਾ ਜ਼ਰੂਰ ਹੋ ਜਾਂਦਾ, ਦੁਨੀਆ ਮਗਰ ਲੱਗ ਜਾਂਦੀ ਹੈ ਸਿੱਧਾਂ ਦੇ ਵੀ ਬੜੀਆਂ ਸ਼ਕਤੀਆਂ ਇਹਦੇ। ਉਹ ਸਭ ਦੁਨੀਆਦਾਰੀ ਹੁੰਦੀ ਹੈ। ਨਾਮ ਵਾਲਾ ਕਦੇ ਵੀ ਸਿੱਧੀਆਂ ਸੁੱਧੀਆਂ ਦੇ ਮਗਰ ਨਹੀਂ ਪੈਂਦਾ, ਸਿੱਧੀਆਂ ਉਹਦੇ ਮਗਰ ਪੈਂਦੀਆਂ ਫਿਰ ਵੀ ਸਾਨੂੰ ਕੰਮ ਦੱਸ ਕੋਈ। ਉਹ ਕਹਿੰਦਾ ਪਿੱਛੇ ਹਟੋ, ਮੈਨੂੰ ਤੁਹਾਡੀ ਲੋੜ ਨਹੀਂ। ਮਾਇਆ ਮਗਰ ਮਗਰ ਫਿਰਦੀ ਹੈ, ਦਾਸੀ ਬਣ ਜਾਂਦੀ ਹੈ। ਸਹਿਸੇ ਜਿਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਇਹ ਸਹਿਸੇ ਕਰਕੇ ਸਾਡੀ ਜਿਹੜੀ ਅੰਦਰ ਆਤਮਾ ਹੈ ਉਹ ਮਲੀਨ ਹੋਈ ਵੀ ਹੈ, ਮਨ ਮਲੀਨ ਹੋਇਆ ਹੋਇਆ, ਮੈਲਾ ਹੋਇਆ ਹੋਇਆ। ਇਹ ਕਿਹੜੇ ਤਰੀਕੇ ਨਾਲ ਧੋਤਾ ਜਾਵੇ, ਸਵਾਲ ਕਰਦੇ ਗੁਰੂ ਪਾਤਸ਼ਾਹ ਆਪੇ ਜਵਾਬ ਦੇ ਰਹੇ ਅੱਗੇ। ਮਨ ਧੋਵੋ ਸ਼ਬਦ ਲਾਗੋ, ਹਰਸਿਉ ਰਹੋ ਚਿੱਤ ਲਾਏ। ਇਹ ਮਨ ਨੂੰ ਸ਼ਬਦ ਦੇ ਨਾਲ ਲੱਗ ਕੇ ਧੋ ਭਾਈ, ਗੁਰਬਾਣੀ ਨਾਲ ਜੁੜੋ। ਗੁਰਬਾਣੀ ਨੂੰ ਅੰਦਰ ਵਸਾਉਣਾ। ਕੰਠ ਕਰਨੀ ਹੋਰ ਚੀਜ਼ ਹੈ, ਅੱਛੀ ਗੱਲ ਹੈ, ਲੇਕਿਨ ਉਹ ਹੋਰ ਚੀਜ਼ ਹੈ, ਪੇਤਲੀ ਹੈ। ਗੁਰਬਾਣੀ ਅੰਦਰ ਵਸਾਉਣੀ ਬਹੁਤ ਡੂੰਘਾਈ ਵਾਲੀ ਬਾਤ ਹੈ। ਇਹ ਗੁਰੂ ਕਿਰਪਾ ਬਿਨਾਂ ਅੰਦਰ ਨਹੀਂ ਵੱਸਦੀ ਕਦੇ ਵੀ। ਜਿਹਦੇ ਅੰਦਰ ਵਸ ਗਈ ਨਾਮ ਨੇ, ਉੱਥੇ ਹੀ ਚੱਲਣਾ ਹੈ। ਨਾਮ ਮਨ ਵਿੱਚ ਚੱਲਦਾ ਹੈ, ਗੁਰਬਾਣੀ ਹਿਰਦੇ 'ਚ ਵਸਦੀ ਹੈ। ਹਰਸਿਉ ਰਹੋ ਚਿੱਤ ਲਾਏ, ਹਮੇਸ਼ਾ ਪਰਮਾਤਮਾ ਦੇ ਨਾਲ ਚਿੱਤ ਲਾ ਕੇ ਰਹੋ। ਇਸ ਤਰ੍ਹਾਂ ਮਨ ਨੂੰ ਧੋ ਕੇ ਸਹਿਜ ਉਤਪੰਨ ਕਰੋ ਭਾਈ। ਕਹੈ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਉਪਜਾਏ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਨਜ਼ਰ ਦੇ ਨਾਲ, ਗੁਰੂ ਦੇ ਅਲਤਾਫ ਦੇ ਨਾਲ ਇਹ ਸਹਿਜ ਪੈਦਾ ਹੁੰਦਾ ਹੈ। ਫਿਰ ਸਹਿਸਾ ਟੁੱਟਦਾ, ਨਹੀਂ ਸਹਿਸਾ ਟੁੱਟਦਾ ਕੋਈ ਨਹੀਂ ਹੈ। ਜਿਉ ਮੈਲੇ ਬਾਹਰੋਂ ਨਿਰਮਲ। ਅੰਦਰ ਤੋਂ ਮੈਲੇ, ਬਾਹਰ ਤੋਂ ਧੋਨੇ। ਤੀਰਥਾਂ ਦੇ ਉੱਤੇ ਬਹੁਤ ਇਸ਼ਨਾਨ ਕਰਦੇ, ਮਲ ਮਲ ਕੇ ਸਰੀਰ ਨੂੰ ਧੋਈ ਜਾਂਦੇ। ਬਾਹਰੋਂ ਨਿਰਮਲ ਜਿਉ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਜਿਹੜੇ ਇਸ ਤਰ੍ਹਾਂ ਕਰਨ ਲੱਗੇ ਹੋਏ ਆ, ਬਾਹਰ ਦੀਆਂ ਸੁੱਚਮਾਂ ਸੰਜਮਾਂ ਕਰਦੇ ਆ, ਉਹ ਜੂਏ ਦੀ ਤਰ੍ਹਾਂ, ਜੁਆਰੀਏ ਦੀ ਤਰ੍ਹਾਂ ਆਪਣਾ ਜਨਮ ਹਾਰ ਕੇ ਜਾਂਦੇ ਇੱਥੋਂ। ਸੁੱਚਾ ਅੰਦਰ ਨੂੰ ਕਰਨਾ, ਨਾ ਕਿ ਸਰੀਰ ਨੂੰ ਕਰਨਾ। ਸਰੀਰ ਤਾਂ ਮੈਲਾ ਹੀ ਰਹਿਣਾ। ਸਰੀਰ ਦੇ ਅੰਦਰ ਗੰਦਗੀ ਹਰ ਵਕਤ ਰਹਿੰਦੀ ਹੈ, ਅੱਖਾਂ 'ਚ ਵੀ, ਕੰਨਾਂ 'ਚ ਵੀ, ਰੈਕਟਮ 'ਚ ਵੀ। ਕੋਈ ਕਦੇ ਵੀ ਗੰਦਗੀ ਤੋਂ ਸਾਫ਼ ਨਹੀਂ ਹੁੰਦਾ ਮਨ। ਔਰ ਹਰ ਇੱਕ ਚੀਜ਼ ਦੁਨੀਆ ਦੀ ਮੈਲੀ ਹੈ। ਕੱਲ੍ਹ ਵੀ ਵਿਚਾਰ ਕਰੀ ਸੀ, ਧੂਪ, ਦੁੱਧ, ਜੋ ਕੁਛ ਵੀ ਆਪਾਂ ਸਮੱਗਰੀ ਚੜ੍ਹਾਉਂਦੇ ਹਾਂ, ਮਠਿਆਈਆਂ, ਫੁੱਲ ਫਲ, ਸਭ ਮੈਲੇ ਹੈ। ਚੰਦ ਸੂਰਜ ਵੀ ਮੈਲੇ ਹੈ, ਸਭ ਕੁਛ ਮੈਲਾ ਹੈ। ਇਹ ਮੰਨ ਕੇ ਚੱਲਣਾ। ਇਹ ਗੱਲ ਗੁਰੂ ਤੋਂ ਆਉਂਦੀ ਹੈ, ਸਮਝ ਆਉਂਦੀ ਹੈ, ਹੋਰ ਕਿਸੇ ਪਾਸੇ ਇਹ ਚੀਜ਼ਾਂ ਨਹੀਂ ਹੈ। ਤਾਂ ਅਸੀਂ ਜਨਮ ਜੂਏ 'ਚ ਹਾਰ ਰਹੇ ਹਾਂ ਜੇ ਬਾਹਰ ਤੋਂ ਹੀ ਨਹਾਉਣਾ ਧੋਣਾ ਕਰ ਰਹੇ, ਅੰਦਰ ਦੀ ਗੱਲ ਨਹੀਂ ਕਰ ਰਹੇ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਮੌਤ ਭੁੱਲੀ ਹੋਈ ਹੈ, ਤ੍ਰਿਸ਼ਨਾ ਦਾ ਵੱਡਾ ਰੋਗ ਲੱਗਿਆ ਹੋਇਆ। ਜਿਹਨੂੰ ਆਪਣਾ ਅੰਤ ਯਾਦ ਹੈ, ਉਸੇ ਨੂੰ ਬੇਅੰਤ ਦੀ ਯਾਦ ਆਉਂਦੀ ਹੈ। ਜਿਹਨੂੰ ਅੰਤ ਯਾਦ ਨਹੀਂ ਹੈ, ਉਹਨੂੰ ਪਰਮਾਤਮਾ ਯਾਦ ਨਹੀਂ ਕਦੇ ਵੀ ਆਉਂਦਾ। ਮੌਤ ਦਾ ਜਿਹੜਾ ਡਰ ਹੈ, ਇਹ ਇੱਕ ਵਸੀਲਾ ਬਣਦਾ ਹੈ ਪਰਮਾਤਮਾ ਦੀ ਯਾਦ ਅੰਦਰ ਆਉਣ ਖਾਤਰ। ਕਿਉਂਕਿ ਬੰਦਾ ਨਹੀਂ ਤਾਂ ਫਿਰ ਡਰਦਾ ਹੀ ਨਹੀਂ। ਜੇ ਮੌਤ ਦਾ ਡਰ ਹੀ ਨਾ ਹੋਵੇ ਬੰਦੇ ਨੂੰ, ਫਿਰ ਉਹਨੂੰ ਕਾਹਦਾ ਡਰ ਹੈ? ਮੌਤ ਦੇ ਡਰ ਕਰਕੇ ਹੀ ਰੱਬ ਕੰਨੀ ਆਉਂਦਾ। ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ, ਫਿਰੈ ਜਿਉ ਬੇਤਾਲਿਆ। ਵੇਦਾਂ ਵਿੱਚ ਵੀ ਨਾਮ ਦੀ ਵਡਿਆਈ ਹੈ, ਉਹਨੂੰ ਤਾਂ ਸੁਣਦਾ ਨਹੀਂ। ਮੂਰਖਾਂ ਦੀ ਤਰ੍ਹਾਂ, ਬੇਤਾਲਿਆਂ ਦੀ ਤਰ੍ਹਾਂ ਫਿਰਦਾ। ਬੇਤਾਲ ਹੁੰਦਾ ਉਖੜਿਆ ਹੋਇਆ ਤਾਲ ਤੋਂ। ਉਹ ਉਸ ਤਰ੍ਹਾਂ ਹੁੰਦਾ ਬੰਦਾ, ਜਿਵੇਂ ਗੁਰਬਾਣੀ ਆਪਾਂ ਸਭ ਰੋਜ਼ ਪੜ੍ਹਦੇ ਹਾਂ, ਸੁਣਦੇ ਹਾਂ, ਵਿਚਾਰਾਂ ਵੀ ਸੁਣਦੇ ਹਾਂ, ਕਥਾ ਵੀ ਸੁਣਦੇ ਹਾਂ, ਲੇਕਿਨ ਮਨ 'ਚ ਵੱਸਦੀ ਕੋਈ ਨਹੀਂ। ਗੁਰਬਾਣੀ ਸੁਣ ਕੇ ਹਟੂਗਾ ਬੰਦਾ, ਥਾਲ ਚੱਕ ਕੇ ਜਦੇ ਸਮਾਧਾਂ ਪਰ ਮੱਥਾ ਟੇਕਣ ਚਲੇ ਜਾਂਦਾ। ਸਮਝ ਆਉਂਦੀ ਉਹ ਨਹੀਂ ਏਕ ਦੀ ਗੁਰਬਾਣੀ ਦੀ। ਹੁਣ ਵੇਦਾਂ ਦੀ ਵਿਚਾਰ ਸਾਧ ਸੰਗਤ ਜੋ ਹੈ, ਤਾਂ ਇਹ ਵੀ ਇੱਕ ਲੰਬਾ ਚੈਪਟਰ ਹੈ। ਕਿਸੇ ਦਿਨ ਦਾਸਰਾ ਫਿਰ ਵਿਚਾਰੂਗਾ ਇਸ ਗੱਲ ਨੂੰ ਵੀ, ਜੇ ਸੰਗਤ ਨੇ ਚਾਹਿਆ। ਮੋਟੀ ਜਿਹੀ ਵਿਚਾਰ, 4 ਵੇਦ ਹੈ, ਮੋਸਟਲੀ ਉਹਨਾਂ ਦੀ ਗੱਲ ਹੁੰਦੀ ਹੈ, ਪਰ ਗੁਰਬਾਣੀ 'ਚ ਕਿਤੇ ਕਿਤੇ ਸਮੱਗਰਤਾ ਵਿੱਚ ਆਉਂਦੇ ਵੇਦ। ਹਰ ਇੱਕ ਵੇਦ ਦੇ ਨਾਲ, 4ਾਂ ਦੇ ਨਾਲ ਪਿੱਛੇ 3-3 ਕਿਸਮ ਦੇ ਗ੍ਰੰਥ ਹੋਰ ਹੈ।
ਹਰ ਵੇਦ ਨਾਲ ਅੱਗੇ ਚੱਲ ਕੇ ਬ੍ਰਾਹਮਣੀ ਗ੍ਰੰਥ ਆਉਂਦਾ ਹੈ, ਬ੍ਰਾਹਮਣੀ ਤੋਂ ਅੱਗੇ ਆਰਿਅੰਕਾ ਗ੍ਰੰਥ ਆਉਂਦੇ ਆ, ਉਹਨਾਂ ਤੇ ਮਗਰ ਉਪਨਿਸ਼ਦ ਆਉਂਦੇ। ਜਿਹੜੇ ਚਾਰੇ ਵੇਦ ਹੈ ਇਹਨਾਂ ਵਿੱਚ ਤਾਂ ਕੁਦਰਤ ਦੀ ਪੂਜਾ, ਨੇਚਰ ਦੀ ਪੂਜਾ, ਰੱਬ ਦੀ ਪੂਜਾ ਨਹੀਂ ਹੈ। ਟੂਣਾ ਟਾਮਣ ਵੀ ਪ੍ਰਧਾਨ ਹੈ, ਚੌਥਾ ਜਿਹੜਾ ਅਥਰਵਣ ਵੇਦ ਹੈ ਉਹਦੇ 'ਚ। ਅਤੇ ਜਿਹੜੇ ਬ੍ਰਾਹਮਣੀ ਗ੍ਰੰਥ ਹੈ ਉਹਨਾਂ ਦੇ ਵਿੱਚ ਬਲੀ, ਜਾਨਵਰਾਂ ਦੀ ਬਲੀ, ਨਰ ਬਲੀ ਵੀ ਸ਼ਾਮਿਲ ਹੈ, ਘੋੜੇ ਦੀ ਵਗੈਰਾ ਦੀ ਬਲੀ ਉਹ ਕਰਦੇ ਆ ਉਹ। ਅਤੇ ਜਿਹੜੇ ਉਹਨਾਂ ਤੋਂ ਅੱਗੇ ਆਰਿਅੰਕਾ ਗ੍ਰੰਥ ਹੈ ਉਹਨਾਂ ਦੇ ਵਿੱਚ ਬਲੀ ਨਹੀਂ ਹੈ, ਕਰਮ ਦਾ ਮਾਰਗ ਹੈ, ਗਿਆਨ ਦਾ ਮਾਰਗ ਹੈ। ਅਤੇ ਉਪਨਿਸ਼ਦ ਤਾਂ ਹੈ ਓ ਗਿਆਨ ਦਾ ਮਾਰਗ, ਟੋਟਲੀ ਗਿਆਨ ਦਾ ਮਾਰਗ ਹੈ। ਉਹ ਉਪਨਿਸ਼ਦਾਂ ਕਰਕੇ ਹੀ ਗੱਲਬਾਤ ਇੱਥੇ ਆ ਰਹੀ ਹੈ ਬਈ ਵੇਦਾਂ ਮੈਂ ਨਾਮ ਉੱਤਮ। ਹਾਲਾਂਕਿ ਚਾਰੇ ਵੇਦਾਂ ਦੇ ਵਿੱਚ ਨਾਮ ਦੀ ਗੱਲ ਨਹੀਂ ਹੈ ਸਾਧ ਸੰਗਤ ਜੀ, ਉਹ ਸਿਰਫ ਕੁਦਰਤ ਦੀ ਪੂਜਾ ਕਰਦੇ, ਕੁਦਰਤ ਨਾਮ ਨਹੀਂ ਹੈ। ਨਾਮ ਹੈਗਾ ਇੱਕ ਨਾਲ ਜੁੜਿਆ ਹੋਇਆ, ਪਰ ਕਿਉਂਕਿ ਵੇਦਾਂ ਦੇ ਵਿੱਚ ਗੱਲ ਇਹ ਆਉਂਦੀ ਹੈ, ਵੇਦਾਂ ਦੇ ਉੱਤੇ ਵੀ ਇੱਕ ਜੁਦਾ ਚੈਪਟਰ ਹੈ, ਦਾਸਰੇ ਦੀ ਜਿਹੜੀ ਪੁਸਤਕ ਹੈਗੀ ਹੈ, 2 ਲਿਖੀਆਂ ਹੋਈਆਂ, ਉਹਨਾਂ ਦੇ ਵਿੱਚ ਡਿਟੇਲ 'ਚ ਦਿੱਤੀ ਹੋਈ ਬਾਤ ਹੈ ਹਰ ਇੱਕ ਵੇਦ ਬਾਰੇ। ਉਹਦੇ ਵਿੱਚ ਬਹੁਤ ਸਾਰਾ ਗਿਆਨ ਹੈ ਗੁਰਬਾਣੀ ਨਾਲ ਮਿਲਦਾ ਜੁਲਦਾ। ਜਿਵੇਂ ਕਠੋਪਨਿਸ਼ਦ ਹੈ, ਐਤਰੀਆ ਉਪਨਿਸ਼ਦ ਹੈ, ਬ੍ਰਿਹਦਰਿਕਾ ਉਪਨਿਸ਼ਦ ਹੈ, ਈਸ਼ਾ ਉਪਨਿਸ਼ਦ ਹੈ, ਪ੍ਰਾਸਨਾ ਹੈ, ਮੰਡੂਕਾ ਹੈ, ਮੁੰਡਕਾ ਹੈ। ਇਹਨਾਂ ਸਾਰਿਆਂ ਦੇ ਵਿੱਚ ਗੁਰਬਾਣੀ ਦੀਆਂ ਉਹ ਗੱਲਾਂ ਮੌਜੂਦ ਹੈ, ਉਹ ਅੰਸ਼ ਮੌਜੂਦ ਹੈ ਜਿਹੜੇ ਅਸੀਂ ਬਾਣੀ 'ਚ ਪੜ੍ਹਦੇ ਹਾਂ। ਜੇ ਆਪਾਂ ਇਹਨਾਂ ਦੀ ਥੋੜ੍ਹੀ ਜਿਹੀ ਮੋਟੀ ਜਿਹੀ ਵਿਚਾਰ ਕਰੀਏ ਤਾਂ ਸਮਝ ਆ ਜਾਂਦੀ ਹੈ ਗੱਲ ਦੀ ਬਈ ਬਹੁਤ ਕੁਛ ਵੇਦਾਂ ਦੇ ਵਿੱਚ ਉੱਤਮ ਹੈਗਾ ਜਿਹੜਾ ਨਾਮ ਹੈ। ਜਿਵੇਂ ਅਹਮ ਬ੍ਰਹਮਾਸਮੀ, ਮੈਂ ਖੁਦਾ ਹਾਂ, ਇਹ ਅੰਸ਼ ਮੌਜੂਦ ਹੈ ਗੁਰਬਾਣੀ ਵਿੱਚ। ਇਹਦੀ ਵਿਆਖਿਆ ਹੈ ਮਨ ਤੂੰ ਜੋਤ ਸਰੂਪ ਹੈ। ਜਦੋਂ ਬੰਦਾ ਬ੍ਰਹਮ ਦਾ ਹੋ ਜਾਂਦਾ ਹੈ ਫਿਰ ਕਹਿ ਦਿੰਦਾ ਹੈ ਵੀ ਅਬ ਤੋਂ ਜਾਏ ਚੜ੍ਹੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਣੀ। ਨੇਤ ਨੇਤ ਕਥੰਤ ਵੇਦਾ, ਵੇਦਾਂ ਦੇ ਵਿੱਚ ਵੀ ਇਹ ਬਾਤ ਆਉਂਦੀ ਹੈ ਵੀ ਤੂੰ ਆਹ ਵੀ ਨਹੀਂ ਹੈ, ਤੂੰ ਉਹ ਵੀ ਨਹੀਂ ਹੈ, ਤੈਨੂੰ ਕੁਛ ਵੀ ਨਹੀਂ ਕਿਹਾ ਜਾ ਸਕਦਾ। ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਨਾ ਦਸ਼ਮੇਸ਼ ਜੀ ਬਾਰੇ 'ਚ ਵੀ, ਹੇ ਦਸ਼ਮੇਸ਼ ਜੀ ਤੁਸੀਂ ਤਾਂ ਖੰਡ ਦੀ ਬੋਰੀ ਹੈ। ਪਰ ਆਪੇ ਫਿਰ ਕਹਿੰਦੇ ਆ ਵੀ ਇਹ ਵੀ ਮੈਂ ਸਹੀ ਨਹੀਂ ਕਹਿ ਰਿਹਾ, ਤੁਹਾਡੀ ਉਪਮਾ ਸਹੀ ਨਹੀਂ ਕਰ ਰਿਹਾ। ਖੰਡ ਦੀ ਬੋਰੀ ਨਾਲੋਂ ਤਾਂ ਤੁਹਾਡੇ 'ਚ ਬਹੁਤ ਹਜ਼ਾਰਾਂ ਗੁਣ ਜ਼ਿਆਦਾ ਗੁਣ ਹੈ ਤੁਹਾਡੇ ਅੰਦਰ, ਵੀ ਤੂੰ ਆਹ ਵੀ ਨਹੀਂ ਹੈ, ਤੂੰ ਉਹ ਵੀ ਨਹੀਂ ਹੈ। ਇਹ ਹੈ ਕਥੰਤ ਵੇਦਾ, ਨੇਤ ਨੇਤ, ਨੇਤੀ ਨੇਤੀ ਕਹਿੰਦੇ ਵੈਸੇ ਉਹ ਪੰਜਾਬੀ ਵਿੱਚ ਸਿਆਰੀ ਕਰਕੇ ਉਹਨੂੰ ਆਪਾਂ ਫਿਰ ਨੇਤ ਨੇਤ ਬੋਲ ਦਿੰਦੇ, ਹੈ ਨੇਤੀ ਨੇਤੀ ਹੈ ਸ਼ਬਦ। ਬੰਦੇ ਨੂੰ ਹਨੇਰੇ ਦੇ ਵਿੱਚ ਰੱਸੀ ਸੱਪ ਦਾ ਭਰਮ ਪਾਉਂਦੀ ਹੈ, ਇਹ ਵੀ ਵੇਦਾਂ ਦੇ ਵਿੱਚ ਵਿਚਾਰ ਹੈਗੀ ਹੈ, ਗੁਰਬਾਣੀ 'ਚ ਉੱਥੋਂ ਹੀ ਆਈ ਹੋਈ ਹੈ। ਹੋਰ ਬਹੁਤ ਸਾਰੀਆਂ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਭਗਤ ਪੀਪਾ ਜੀ ਦਾ ਸ਼ਬਦ ਹੈ। ਇਹ ਵੀ ਉਪਨਿਸ਼ਦ ਵਿੱਚ ਆਉਂਦੀ ਹੈ ਗੱਲ। ਕਰਾਂਗੇ ਵਿਚਾਰ ਜਦੋਂ ਡਿਟੇਲ 'ਚ ਆਪਾਂ ਇਹਨਾਂ ਦਾ ਚੈਪਟਰ ਛੇੜਿਆ ਕਿਸੇ ਦਿਨ। ਪਰ ਫਿਲਹਾਲ ਇੰਨਾ ਹੀ ਸਮਝ ਲਓ ਬਈ ਵੇਦਾਂ ਦੇ ਮਗਰ ਜਿਹੜੇ ਉਪਨਿਸ਼ਦ ਗ੍ਰੰਥ ਹੈ ਉਹਨਾਂ ਦੇ ਵਿੱਚ ਆਤਮਾ ਦੀ, ਪਰਮਾਤਮਾ ਦੀ ਬਹੁਤ ਬਾਤ ਪਾਈ ਹੋਈ ਹੈ। ਇਸੇ ਕਰਕੇ ਆ ਰਿਹਾ ਵੀ ਵੇਦਾਂ ਮੈਂ ਨਾਮ ਉੱਤਮ। ਹਾਲਾਂਕਿ ਜਿਹੜੇ 4 ਵੇਦ ਹੈ ਉਹਨਾਂ ਦੀ ਗੱਲ ਗੁਰਬਾਣੀ 'ਚ ਆਉਂਦੀ ਹੈ, ਉੱਥੇ ਉਹਨਾਂ ਦੀ ਕੋਈ ਮਾਨਤਾ ਨਹੀਂ ਕਰੀ ਗੁਰਬਾਣੀ ਨੇ। ਚਾਰੇ ਵੇਦ ਕਥੈ ਆਕਾਰ, 3 ਅਵਸਥਾ ਕਹੈ ਬਖਿਆਨ, ਤੁਰਿਆ ਅਵਸਥਾ ਸਤਿਗੁਰ ਤੇ ਹਰਿ ਜਾਣ। ਚਾਰੇ ਵੇਦ ਤਿੰਨੇ ਅਵਸਥਾ ਦੀ ਗੱਲ ਕਰਦੇ हैं, ਮਾਇਆ ਦੀ, ਰਜੋ ਸਤੋ ਤਮੋ ਦੀ। ਜਿਹੜੀ ਤੁਰਿਆ ਅਵਸਥਾ ਚੌਥਾ ਗੁਣ ਹੈ, ਜਿੱਥੇ ਸਹਿਜ ਪੈਦਾ ਹੁੰਦਾ ਸਾਧ ਸੰਗਤ ਜੀ, ਉਹ ਸਿਰਫ ਔਰ ਸਿਰਫ ਸਤਿਗੁਰੂ ਨੂੰ ਪਤਾ ਹੈ, ਸੰਤ ਨੂੰ ਪਤਾ ਉਹਦੇ ਬਾਰੇ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਵੇਦਾਂ ਨੂੰ ਸਾਧ ਦੀ ਮਹਿਮਾ ਦਾ ਕੋਈ ਪਤਾ ਨਹੀਂ, ਕਿਉਂਕਿ ਸਾਧ ਤੁਰਿਆ ਪਦ ਨਾਲ ਜੁੜਿਆ ਵਾ। ਵੇਦ 3 ਗੁਣਾਂ ਵਿੱਚ ਹੈ, ਰਿਸ਼ੀਆਂ ਮੁਨੀਆਂ ਦੇ ਲਿਖੇ ਹੋਏ। ਜੇ ਨਹੀਂ ਸਮਝਿਆ ਤਾਂ ਆਪਾਂ ਸਤਿਕਾਰ ਦੇ ਤੌਰ 'ਤੇ ਤਾਂ ਆਪਾਂ ਉਹਨਾਂ ਨੂੰ ਬੜਾ ਕਰਦੇ ਹਾਂ, ਕਿਉਂਕਿ ਕਿਸੇ ਧਰਮ ਦੇ ਉਹ ਹੈਗੇ ਸਤਿਕਾਰਤ ਗ੍ਰੰਥ ਹੈ, ਸਭ ਤੋਂ ਪਹਿਲੇ ਗ੍ਰੰਥ ਹੈ ਦੁਨੀਆ ਦੇ ਵਿੱਚ। ਲੇਕਿਨ ਜਦੋਂ ਉਹਨਾਂ ਦੀ ਪੜਚੋਲ ਕਰਦੇ ਹਾਂ, ਗੁਰੂ ਸਾਹਿਬਾਨਾਂ ਨੇ ਕਰੀ ਹੈ, ਭਗਤ ਸਾਹਿਬਾਨਾਂ ਨੇ ਕਰੀ ਹੈ, ਫਿਰ ਦਸ਼ਮੇਸ਼ ਜੀ ਫਰਮਾ ਰਹੇ ਹੈ ਜਿਨ ਕੀ ਸੁਤ ਪ੍ਰਭ ਚਰਨਨ ਲਾਗੀ, ਤੇ ਵੇਦਨ ਤੇ ਭਏ ਤਿਆਗੀ। ਉਹ ਤਾਂ ਫਿਰ ਵੇਦਾਂ ਦਾ ਤਿਆਗ ਕਰ ਦਿੰਦੇ ਜਿਹਦੀ ਸੁਤਾ ਲੱਗ ਜੇ ਪਰਮਾਤਮਾ ਦੇ ਨਾਲ। ਕਿਉਂਕਿ ਪਰਮਾਤਮਾ ਜਿਹੜਾ ਹੈ ਉਹ ਨਾਮ
ਉਹ ਬਿਲਕੁਲ ਅਲੱਗੀ ਚੀਜ਼ ਹੈ, ਵੇਦਾਂ ਵਿੱਚ ਉਹਦਾ ਗਿਆਨ ਨਹੀਂ ਹੈ, ਉਪਨਿਸ਼ਦਾਂ ਵਿੱਚ ਜ਼ਰੂਰ ਹੈ, ਗੀਤਾ ਵਿੱਚ ਵੀ ਹੈ। ਇਸੀ ਕਰਕੇ ਸ਼ਬਦ ਉਰੇ ਆ ਰਿਹਾ, ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਹੀਂ ਫਿਰੈ ਜਿਉ ਬੇਤਾਲਿਆ। ਚਲੋ ਸਾਧ ਸੰਗਤ ਜੀ, ਥੋੜ੍ਹਾ ਜਿਹੀ ਵਿਚਾਰ ਨਾਲ ਆਪ ਜੀ ਦੇ ਮਨ 'ਚ ਬੈਠ ਗਈ ਹੋਣੀ ਵਿਚਾਰ ਵੀ ਇਹ ਵੇਦਾਂ 'ਚ ਨਾਮ ਉੱਤਮ ਦੀ ਗੱਲ ਕਿਵੇਂ ਆ ਰਹੀ ਹੈ, ਜਦ ਕਿ ਗੁਰਬਾਣੀ ਫਰਮਾ ਰਹੀ ਹੈ ਵੀ ਵੇਦਾਂ ਨੂੰ ਤਾਂ ਨਾਮ ਦਾ ਪਤਾ ਹੀ ਕੁਛ ਨਹੀਂ ਹੈ, ਉਹਨਾਂ ਵਿੱਚ ਤਾਂ ਬਾਤ ਹੀ ਨਹੀਂ ਕੋਈ ਹੈ। ਦੋਨੋਂ ਬਾਤਾਂ ਸਹੀ ਹੈ। ਇਸੀ ਕਰਕੇ ਗੁਰਬਾਣੀ ਦਾ ਜਿਹੜਾ ਮਾਰਗ ਹੈ, ਗੁਰਮਤ ਦਾ ਨਾਮ ਦਾ ਜਿਹੜਾ ਮਾਰਗ ਹੈ, ਉਹ ਇਨ ਬਿਟਵੀਨ ਰਸਤਾ ਹੈ, ਉਹ ਵਿਚਾਲੇ ਦਾ ਮਾਰਗ ਹੈ, ਇੱਕ ਪਾਸੜ ਨਹੀਂ ਹੈ, ਇੱਧਰ ਨਹੀਂ ਹੈ, ਉੱਧਰ ਨਹੀਂ ਹੈ। ਦੋਹਾਂ ਸਿਰਿਆਂ ਕਾ ਆਪ ਸੁਆਮੀ ਹੈ, ਦੋਹਾਂ ਪਾਸੇ ਉਹੀ ਹੈ। ਚਾਰੇ ਵੇਦਾਂ 'ਚ ਵੀ ਉਹੀ ਹੈ, ਉਪਨਿਸ਼ਦਾਂ ਵਿੱਚ ਵੀ ਉਹੀ ਹੈ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਉਹੀ ਹੈ, ਉਹ ਆਪੇ ਆਪ ਹੈ। ਕਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਐ ਹਾਰਿਆ। ਪਾਤਸ਼ਾਹ ਫਰਮਾ ਰਹੇ ਹੈ ਵੀ ਜਿਹੜੇ ਇਹਨੇ ਸੱਚ ਨੂੰ ਛੱਡ ਦਿੱਤਾ ਹੈ, ਝੂਠ ਨਾਲ ਲੱਗ ਗਏ, ਉਹਨਾਂ ਦਾ ਜਨਮ ਜੂਏ ਵਿੱਚ ਜਿਕਣ ਜੁਆਰੀਆ ਹਾਰ ਜਾਂਦਾ, ਹੱਥ ਝਾੜਦਾ ਫਿਰ ਪਛਤਾਉਂਦਾ ਹੈ। ਇਸ ਤਰ੍ਹਾਂ ਜਦੋਂ ਮਰਨ ਦਾ ਟਾਈਮ ਆਉਂਦਾ ਫਿਰ ਪਛਤਾਉਂਦੇ ਆ ਵੀ ਸਾਰਾ ਜਨਮ ਇੱਕਣੇ ਲੰਘ ਗਿਆ। ਹਾਲਾਂਕਿ ਗੁਰਮਤਿ ਸਾਨੂੰ ਸਹਾਰਾ ਦਿੰਦੀ ਹੈ ਵੀ ਜੇ ਮਰਨ ਦੇ ਸਮੇਂ ਵੀ ਉਹ ਯਾਦ ਆ ਜਾਵੇ ਨਾ, ਫਿਰ ਵੀ ਕਲਿਆਣ ਹੋ ਜਾਂਦਾ, ਇੰਨੀ ਵਡਿਆਈ। ਜਿਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉ ਨਿਰਮਲ। ਜਿਹੜੇ ਅੰਦਰ ਤੋਂ ਵੀ ਨਿਰਮਲ ਹੋਵੇਂ, ਬਾਹਰ ਤੇ ਵੀ ਨਿਰਮਲ ਹੋਵੇਂ। ਸਤਿਗੁਰ ਤੇ ਕਰਨੀ ਕਮਾਣੀ, ਔਰ ਸਤਿਗੁਰੂ ਦੇ ਅਨੁਸਾਰ ਉਹ ਆਪਣੀ ਜਿਹੜੀ ਕਰਨੀ ਹੈ ਉਹ ਚਲਾਉਂਦੇ, ਕਾਰ ਕਰਦੇ ਹੈ। ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ। ਉਹਨਾਂ ਨੂੰ ਝੂਠ ਦੀ ਖਬਰੇ ਨਹੀਂ ਹੁੰਦੀ ਕੋਈ ਵੀ, ਉਹਨਾਂ ਦੀ ਜਿਹੜੀ ਮਨਸ਼ਾ ਉਹ ਸੱਚ ਵਿੱਚ ਸਮਾਈ ਵੀ ਹੁੰਦੀ ਹੈ, ਫੁਰਨੇ ਨਹੀਂ ਹੁੰਦੇ ਉੱਥੇ ਮਾਇਆ ਦੇ। ਰਤਨ ਜਨਮ ਜਿਨੀ ਖੱਟਿਆ ਭਲੇ ਸੇ ਵਣਜਾਰੇ। ਇਹ ਜਿਹੜਾ ਰਤਨ ਜਨਮ ਹੈ, ਜਨਮ ਪਦਾਰਥ ਕਹਿੰਦੇ ਜਿਹਨੂੰ, ਜਿਹਨੇ ਇਹਨੂੰ ਖੱਟ ਲਿਆ, ਇਹਦੇ ਵਿੱਚ ਖੱਟ ਲਿਆ ਨਾਮ, ਉਹੀ ਵਣਜਾਰੇ ਭਲੇ ਹੈ। ਅਸੀਂ ਵਣਜ ਕਰਨ ਖਾਤਰ ਆਏ ਹੋਏ ਹਾਂ, ਨਾਮ ਦਾ ਵਣਜ ਕਰਨਾ, ਆਪ ਵੀ ਇਕੱਠਾ ਕਰਨਾ, ਦੂਜਿਆਂ ਨੂੰ ਵੀ ਵੰਡਣਾ ਹੈ। ਪਰ ਜਿਹਨੇ ਇਹ ਖੱਟ ਲਿਆ ਉਹ ਭਲੇ ਹੈ, ਜਿਹੜੇ ਇੱਥੋਂ ਖੋ ਕੇ ਚਲੇ ਗਏ ਨਾਮ ਨੂੰ, ਨਹੀਂ ਯਾਦ ਕਰਿਆ, ਉਹ ਜਨਮ ਜੂਏ ਹਾਰ ਕੇ ਗਏ। ਫਿਰ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਪਾਤਸ਼ਾਹ ਫਰਮਾਉਂਦੇ ਆ ਜਿਨ੍ਹਾਂ ਦਾ ਮਨ ਨਿਰਮਲ ਹੈ, ਉਹ ਸਦਾ ਹੀ ਗੁਰੂ ਦੇ ਨਾਲ ਜੁੜੇ ਰਹਿੰਦੇ। ਸਾਧ ਸੰਗਤ ਜੀ, ਉਹ ਬਾਹਰੋਂ ਭੁੱਲ ਚੁੱਕ ਹੋ ਜਾਵੇ ਮਾਫ ਹੋ ਜੂਗੀ, ਅੰਦਰੋਂ ਨਹੀਂ ਹੁੰਦੀ। ਜਿਹੜਾ ਬਾਹਰ ਤੋਂ ਭੁੱਲ ਚੁੱਕ ਹੈ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਉਹਦੀ ਇੱਕ ਸਾਖੀ ਆਪ ਜੀ ਨਾਲ ਸਾਂਝੀ ਕਰਾਂ। ਸੁਥਰਾ ਜੀ ਹੈ ਜਿਹੜੇ, ਉਹ ਵੀ ਇਸ ਤਰ੍ਹਾਂ ਦੀਆਂ ਬਾਤਾਂ ਬੋਲ ਦਿਆ ਕਰਦੇ ਸੀ ਸੰਗਤ ਨੂੰ, ਹਾਲਾਂਕਿ ਅੰਦਰ ਤੋਂ ਜੁੜੇ ਹੋਏ ਤੇ। ਛੇਵੇਂ ਪਾਤਸ਼ਾਹ ਨਾਲ ਉਹਨਾਂ ਦਾ ਪ੍ਰੇਮ ਵੀ ਬਹੁਤ ਆ, ਪਾਤਸ਼ਾਹ ਵੀ ਉਹਨਾਂ ਨੂੰ ਬਹੁਤ ਪ੍ਰੇਮ ਕਰਦੇ ਸੀਗੇ। ਇੱਕ ਵਾਰੀ ਉਹ ਬਾਹਰੋਂ ਸੰਗਤ ਵਿੱਚ ਆ ਕੇ ਜਦ ਬੈਠੇ, ਉਹਨਾਂ ਨੇ ਕਾਲਾ ਟਿੱਕਾ ਲਾ ਲਿਆ ਮੱਥੇ ਨੂੰ। ਸੰਗਤ ਨੇ ਇਤਰਾਜ਼ ਕਰਿਆ ਵੀ ਆਹ ਦੇਖੋ ਜੀ, ਇਹੀ ਜੀ ਪਵਿੱਤਰ ਸੰਗਤ ਵਿੱਚ ਇਹ ਟਿੱਕਾ ਕਾਹਤੇ ਲਾ ਕੇ ਆਇਆ। ਤੇ ਜਦੋਂ ਦੇਖਿਆ ਵੀ ਇਹ ਬੇਧਿਆਨੇ ਬੈਠੇ ਆ, ਦੋ ਤਿੰਨ ਨਾਲ ਦੇ ਬੰਦੇ, ਉਹਨਾਂ ਦੇ ਇੱਕ ਦੋ ਮਾਰ ਕੇ ਥੱਪੜੇ, ਉੱਥੋਂ ਚਲਾ ਗਿਆ। ਸੰਗਤ ਨੇ ਸ਼ਿਕਾਇਤ ਕਰੀ ਗੁਰੂ ਜੀ ਨੂੰ ਬਾਅਦ 'ਚ ਵੀ, ਨਾਲੇ ਤਾਂ ਕਾਲਾ ਟਿੱਕਾ ਲਾ ਕੇ ਆਇਆ, ਨਾਲੇ ਸਾਡੇ ਥੱਪੜ ਮਾਰ ਕੇ ਗਿਆ, ਬੁਰਾ ਭਲਾ ਬੋਲ ਕੇ ਗਿਆ, ਵੀ ਬੁਲਾਓ ਉਹਨੂੰ। ਕਈ ਦਿਨ ਟੋਲ ਟੋਲ ਕੇ ਲੈ ਕੇ ਆਂਦਾ। ਪੁੱਛਿਆ ਵੀ ਕਿਆ ਮਾਜਰਾ ਹੈ, ਭਗਤ ਜੀ ਦੱਸੋ ਕਿਆ ਮਾਜਰਾ, ਕਾਹਤੇ ਤੁਸੀਂ ਇਸ ਤਰ੍ਹਾਂ ਕਰਿਆ, ਕਾਲਾ ਟਿੱਕਾ ਕਿਉਂ ਲਾਇਆ। ਸੁਥਰਾ ਜੀ ਕਹਿੰਦੇ ਬਾਦਸ਼ਾਹ ਜੀ, ਉਹ ਤੁਹਾਡੀ ਇੰਨੀ ਉੱਚੀ ਸੰਗਤ ਹੈ, ਇੰਨਾ ਇਹਦਾ ਝਲਕਾਰਾ ਹੈ ਵੀ ਜੇ ਇਹਨੂੰ ਨਜ਼ਰ ਲੱਗ ਗਈ, ਮੈਂ ਤਾਂ ਕਾਲਾ ਟਿੱਕਾ ਲਾ ਕੇ ਆਇਆ। ਭਾਵਨਾ ਦੀ ਗੱਲ ਹੈ, ਹਾਲਾਂਕਿ ਕਾਲਾ ਟਿੱਕਾ ਲਾਉਣਾ ਗੁਰਮਤਿ ਵਿੱਚ ਨਹੀਂ ਹੈ, ਇਹ ਇੱਕ ਸਿਰਫ ਗਿਆਨ ਲੈਣ ਦੀ ਗੱਲ ਹੈ। ਉਹਦੇ ਅੰਦਰ ਵਿਸ਼ਵਾਸ ਸੀਗਾ ਵੀ ਕਿਤੇ ਨਜ਼ਰ ਨਾ ਲੱਗ ਜੇ ਸੰਗਤ ਨੂੰ, ਵਡਿਆਈ ਕਰ ਰਿਹਾ ਸੀ ਉਹ ਸੰਗਤ। ਤੇ ਕਹਿੰਦੇ ਫਿਰ ਤੁਸੀਂ ਇਹਨਾਂ ਨੂੰ ਕਾਹਤੇ ਕੁੱਟ ਕੇ ਗਏ ਹੋ, ਇੱਕ ਦੋ ਮੁੱਕੇ ਵੀ ਮਾਰੇ ਆ, ਤੁਸੀਂ ਬੁਰਾ ਵੀ ਕਿਹਾ ਇਹਨਾਂ ਨੂੰ, ਸੰਗਤ ਨੂੰ। ਕਹਿੰਦੇ ਜੀ ਸੁਣ ਲਓ ਗੱਲ, ਇਹਨਾਂ ਨੂੰ ਪੁੱਛੋ ਵੀ ਜੋ ਤੁਸੀਂ ਉਸ ਟਾਈਮ ਬਚਨ ਉਚਾਰ ਰਹੇ ਤੇ ਇਹਨਾਂ ਨੂੰ ਯਾਦ ਹੈ, ਨਹੀਂ ਫਿਰ ਮੈਂ ਦੱਸਦਾ। ਉਹਨਾਂ ਨੂੰ ਕਿਸੇ ਨੂੰ ਯਾਦ ਨਹੀਂ, ਤਾਂ ਉਹ ਬੇਧਿਆਨੇ ਬੈਠੇ ਸੀ। ਸੁਥਰਾ ਜੀ ਨੇ ਜਦੋਂ ਦੱਸਤਾ ਵੀ ਤੁਸੀਂ ਉਸ ਟਾਈਮ ਆਹ ਬਾਤ ਕਹਿ ਰਹੇ ਸੀ, ਤਾਂ ਗੁਰੂ ਜੀ ਮੁਸਕਰਾਏ ਔਰ ਸੁਥਰਾ ਜੀ ਨੂੰ ਕਹਿੰਦੇ ਜਾਓ ਜੀ, ਕਰੋ ਆਪਣਾ ਕਾਰੋਬਾਰ। ਸੋ ਇਹ ਗੱਲ ਹੁੰਦੀ ਹੈ। ਇਸੇ ਤਰ੍ਹਾਂ ਦੀ ਇੱਕ ਮਿਸਾਲ ਹੋਰ ਆਪ ਜੀ ਨਾਲ ਸਾਂਝੀ ਕਰਾਂ। ਭਾਈ ਨੱਥਾ ਜੀ ਢਾਕੇ ਦੇ ਗੁਰਦੁਆਰੇ, ਜਿੱਥੇ ਪਹਿਲਾਂ ਗੁਰੂ ਨਾਨਕ ਸਾਹਿਬ ਗਏ ਸੀਗੇ,
ਉੱਥੇ ਫਿਰ ਯਾਤਰਾ ਕਰਦੇ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਵੀ ਪਹੁੰਚ ਗਏ। ਉਸ ਟਾਈਮ ਉੱਥੇ ਦਾ ਜਿਹੜਾ ਪ੍ਰਚਾਰਕ ਸੀ ਉਹ ਭਾਈ ਨੱਥਾ ਜੀ ਸੀਗਾ। ਉਹ ਭਾਈ ਨੱਥਾ ਜੀ ਦੀ ਜ਼ੁਬਾਨ 'ਚ ਕੜੱਤਣ ਸੀ ਥੋੜ੍ਹੀ ਜਿਹੀ, ਗਾਲੀ ਗਲੋਚ ਵੀ ਕਰ ਦਿੰਦਾ ਸੀ, ਕਰਦਾ ਸੀ ਸੱਚ ਖਾਤਰ। ਤੋ ਸੰਗਤਾਂ ਨੇ ਸ਼ਿਕਾਇਤ ਕਰੀ ਗੁਰੂ ਤੇਗ ਬਹਾਦਰ ਜੀ ਕੋਲ ਵੀ, ਦੇਖੋ ਜੀ ਇਹ ਭਾਈ ਨੱਥਾ ਜੀ ਸਾਨੂੰ ਬੁਰਾ ਭਲਾ ਬੋਲ ਦਿੰਦਾ, ਗਾਲੀ ਗਲੋਚ ਵੀ ਕਰ ਦਿੰਦਾ। ਬੁਲਾਇਆ, ਨੱਥਾ ਜੀ ਸ਼ਿਕਾਇਤ ਆਈ ਹੈ। ਕਹਿੰਦਾ ਗੁਰੂ ਮਹਾਰਾਜ, ਗਾਲ ਕੱਢ ਕੇ ਉਹਦੇ ਮੂੰਹ ਚੜ੍ਹੀ ਹੋਈ ਸੀ। ਫਿਰ ਕਹਿੰਦਾ ਵੀ ਇਹ ਤਾਂ ਮੰਨਦੇ ਹੀ ਨਹੀਂ ਕਿਸੇ ਗੱਲ ਨੂੰ, ਇਹ ਤਾਂ ਇੱਕ ਪਰ ਖੜਦੇ ਹੀ ਨਹੀਂ, ਬਾਹਰ ਜਾ ਕੇ ਫੇਰ ਸਾਰਾ ਕੁਛ ਉਹੀ ਕੁ ਕਰਦੇ ਆ, ਦੂਜੇ ਭੋ ਵਾਲਾ, ਇਹ ਨਹੀਂ ਖੜਦੇ ਆ। ਉਹ ਸੰਗਤ ਕਹਿੰਦੀ ਦੇਖੋ ਜੀ ਆਹ ਗਾਲ ਇਹਨੇ ਫੇਰ ਕੱਢਤੀ ਹੈ। ਗੁਰੂ ਸਾਹਿਬ ਨੇ ਮੁਸਕਰਾ ਕੇ ਕਹਿ ਦਿੱਤਾ ਵੀ ਭਾਈ ਨੱਥਾ ਜੀ, ਸੰਗਤ ਨੂੰ ਬੜਾ ਕਰੀਦਾ, ਗਾਲ ਨਹੀਂ ਕੱਢੀ ਦੀਆਂ, ਪਰ ਕਿਹਾ ਕੁਛ ਨਹੀਂ, ਕਿਉਂਕਿ ਉਹ ਜਾਣਦੇ ਸੀ ਵੀ ਅੰਦਰ ਤੋਂ ਇਹ ਜੁੜਿਆ ਹੋਇਆ। ਉਹ ਜਿਹੜਿਆਂ ਨੂੰ ਕੱਢੀ ਸੀਗੀ ਉਹ ਜੁੜੇ ਹੋਏ ਨਹੀਂ ਥੇ, ਉਹ ਉੱਪਰੋਂ ਉੱਪਰੋਂ ਹੀ ਕਰਦੇ ਸੀਗੇ। ਤੋ ਗੱਲ ਇਹੀ ਹੈ ਵੀ ਜੇ ਬਾਹਰ ਤੇ ਭੁੱਲ ਚੁੱਕ ਹੋ ਵੀ ਜਾਂਦੀ ਹੈ ਉਹ ਮਾफ़ ਕਰੀ ਜਾਂਦੀ ਹੈ, ਪਰ ਅੰਦਰ ਤੇ ਜੇ ਬੰਦਾ ਗਲਤੀ ਕਰੇ ਉਹ ਨਹੀਂ ਮਾफ़ ਹੁੰਦੀ ਹੈ। ਅੰਦਰ ਤੋਂ ਨਿਰਮਲ ਹੋਣਾ ਹੈ, ਨਾ ਕਿ ਬਾਹਰ ਦੀ ਸਫਾਈ ਦਾ ਕੋਈ ਬਹੁਤਾ ਮਤਲਬ ਹੈ। ਸਾਧ ਸੰਗਤ ਜੀਓ, ਥੋੜ੍ਹੀ ਜਿਹੀ ਵਿਚਾਰ ਹੋਰ ਕਰਕੇ ਸਮਾਪਤੀ ਕਰੀਏ। ਪਰਮਾਤਮਾ ਦਾ ਨਾਮ ਤੇ ਜਿਹੜਾ ਨਾਮ ਦੀ ਗੱਲ ਗੁਰਬਾਣੀ 'ਚ ਆਈ ਹੋਈ ਹੈ, ਉਹਦਾ ਥੋੜ੍ਹਾ ਜਿਹਾ ਵਿਚਾਰ ਕੱਲ੍ਹ ਪਰਸੋਂ ਤੋਂ ਵੀ ਹੁੰਦੀ ਰਹੀ ਹੈ, ਥੋੜ੍ਹੀ ਜਿਹੀ ਡਿਟੇਲ ਵਿੱਚ ਕਰੀਏ ਅੱਜ। ਨਾਮ ਪਵਿੱਤਰ ਹੈ ਪਰਮਾਤਮਾ ਦਾ, ਸਾਰੀ ਸ੍ਰਿਸ਼ਟੀ ਦੇ ਕੋਲ ਨਾਮ ਹੈ। ਕੋਈ ਕੁਛ ਵੀ ਕਹਿ ਕੇ ਉਹਨੂੰ ਯਾਦ ਕਰਦਾ ਹੈ, ਰਾਮ ਕਹਿੰਦਾ, ਅੱਲਾ ਕਹਿੰਦਾ, ਯਹੋਵਾ ਕਹਿੰਦਾ, ਗੋਡ ਕਹਿੰਦਾ, ਵਾਹਿਗੁਰੂ ਕਹਿੰਦਾ। ਪਰ ਜਿਹੜਾ ਨਾਮ ਦੀ ਬਾਤ ਗੁਰਬਾਣੀ 'ਚ ਹੈ ਸਾਧ ਸੰਗਤ ਜੀ, ਉਹ ਬਹੁਤ ਵਿਰਲਿਆਂ ਕੋਲ ਹੁੰਦਾ। ਉਹ ਇੱਕ ਮਾਰਗ ਹੈ ਨਾਮ ਦਾ। ਜਿਵੇਂ ਬਾਕੀ ਦੇ ਕਰਮ ਧਰਮ ਹੈ ਜਾਂ ਹੋਰ ਕੋਈ ਰਸਤੇ ਹੈ ਦੁਨੀਆ ਦੇ, ਯੋਗ ਮਤ ਹੈ ਜਾਂ ਕੋਈ ਸਿੱਧ ਮਤ ਹੈ, ਉਹ ਸਾਰਿਆਂ ਦੀ ਤਰ੍ਹਾਂ ਨਾਮ ਦਾ ਇੱਕ ਮਾਰਗ ਹੈ, ਜਿਹਦੇ ਵਿੱਚ ਪਰਮਾਤਮਾ ਦੇ ਨਾਮ ਦੀ ਪ੍ਰਮੁੱਖਤਾ ਹੈ। ਔਰ ਉਹ ਏਕਣ ਨਹੀਂ ਹੈ ਜਿੱਕਣ ਲੋਕ ਕਰ ਰਹੇ ਹੈ। ਉਹਦੀ ਵਿਚਾਰ ਕਰੀਏ ਆਪਾਂ। ਨਾਮ ਪਰਮਾਤਮਾ ਦਾ ਜਦੋਂ ਗੁਰੂ ਭੇਂਟ ਹੁੰਦੀ ਹੈ ਕਿਸੇ ਬੰਦੇ ਨੂੰ, ਮੈਂ ਟੁੱਟਦੀ ਹੈ ਬੰਦੇ ਦੀ, ਤੋੜਦਾ ਗੁਰੂ, ਉਦੋਂ ਅੰਦਰ ਤੋਂ ਫੁੱਟ ਕੇ ਨਿਕਲਦਾ, ਉਹ ਹੈ ਨਾਮ ਦਾ ਮਾਰਗ। ਉਸੇ ਨਾਮ ਦੀ ਮਹਿਮਾ ਗਾਈ ਹੋਈ ਜ਼ਿਆਦਾ ਗੁਰਬਾਣੀ 'ਚ। ਹਾਲਾਂਕਿ ਰੱਬ ਦਾ ਨਾਮ ਵੀ ਪਵਿੱਤਰ ਹੈ, ਔਰ ਉੱਧਰ ਜਿਹੜਾ ਨਾਮ ਪ੍ਰਗਟ ਹੁੰਦਾ ਉਹ ਵੀ ਰੱਬ ਦਾ ਹੀ ਨਾਮ ਹੈ, ਚਾਹੇ ਵਾਹਿਗੁਰੂ ਹੋਵੇ, ਚਾਹੇ ਅੱਲਾ ਹੋਵੇ, ਕੁਛ ਵੀ ਹੋਵੇ, ਪਰ ਉਹ ਇੱਕ ਖਾਸ ਮਨੋਦਸ਼ਾ 'ਚ ਪੈਦਾ ਹੁੰਦਾ। ਮੈਂ ਟੁੱਟੇ ਤੋਂ ਬਿਨਾਂ ਜਿਹੜਾ ਆਪਾਂ ਲੋਕ ਸਭ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਉਹ ਰੱਬ ਦਾ ਨਾਂ ਹੈ, ਉਹ ਨਾਮ ਨਹੀਂ ਹੈ। ਨਾਮ ਬਹੁਤ ਗਹਿਰਾ ਸ਼ਬਦ ਹੈ। ਨਾਮ ਕੇਵਲ ਔਰ ਕੇਵਲ ਹਉਮੈ ਟੁੱਟ ਕੇ, ਡੁਐਲਿਟੀ ਦਾ ਨਾਸ ਹੋ ਕੇ, ਦੂਜੇ ਭਾਅ ਦਾ ਤਾਂ ਪੈਦਾ ਹੁੰਦਾ ਅੰਦਰ। ਸੋਈ ਨਾਮ ਅਛਲ ਭਗਤੈ ਭਵ ਤਾਰਨ, ਅਮਰਦਾਸ ਗੁਰ ਕੋ ਫੁਰਿਆ। ਉਹੀ ਨਾਮ ਜਿਹਨੇ ਸਾਰਿਆਂ ਭਗਤਾਂ ਦਾ ਅੱਜ ਤੱਕ ਉਧਾਰ ਕਰਦਾ ਆਇਆ, ਜਿਹੜਾ ਉਹੀ ਗੁਰੂ ਅਮਰਦਾਸ ਜੀ ਦੇ ਹਿਰਦੇ 'ਚ ਵੀ ਫੁੱਟਿਆ ਹੈ। ਇਹ ਭੱਟਾਂ ਦਸੂਈਆਂ 'ਚ ਆਉਂਦੀ ਬਾਤ। ਤੋ ਇਹ ਨਾਮ ਫਿਰ ਥੋੜ੍ਹਾ ਜਿਹਾ ਸਮਝੀਏ ਇਹਨੂੰ ਵੀ ਕਿਆ ਚੀਜ਼ ਹੈ। ਇਹ ਨਾਮ ਵਿਵੇਕ ਨਾਲ ਪੈਦਾ ਹੁੰਦਾ ਗੁਰੂ ਭੇਂਟਾਂ ਤੋਂ ਬਾਅਦ, ਬੁੱਧੀ ਨਾਲ ਨਹੀਂ ਪੈਦਾ ਹੁੰਦਾ ਕਦੇ ਵੀ। ਬੁੱਧੀ ਤਾਂ ਸਗੋਂ ਸਾਨੂੰ ਹੋਰ ਗਲਤਾਨ ਕਰਦੀ ਹੈ, ਰੱਬ ਤੋਂ ਦੂਰੀ ਲੈ ਜਾਂਦੀ ਹੈ, ਦੂਰੀ ਬਣਾਉਂਦੀ ਹੈ। ਰੱਬ ਦਾ ਨਾਂ ਇੱਕ ਉਪਚਾਰਕਤਾ ਹੈ, ਸਭ ਲੋਕ ਲੈਂਦੇ ਹੈ, ਪਰ ਜਿਹੜਾ ਨਾਮ ਹੈ ਅਸਲੀ, ਉਹ ਇੱਕ ਮਾਰਗ ਹੈ ਜਿਹੜਾ ਹਉਮੈ ਟੁੱਟ ਕੇ ਪੈਦਾ ਹੁੰਦਾ ਹੈ। ਔਰ ਰੱਬ ਦਾ ਨਾਮ ਲੈਣਾ ਸਾਧ ਸੰਗਤ ਜੀ ਆਪਣੀ ਕੋਸ਼ਿਸ਼ ਹੈ, ਔਰ ਇਹਦੇ 'ਚ ਪੂਰਵਲੇ ਸੰਸਕਾਰ ਜ਼ਰੂਰ ਸਹਾਈ ਹੁੰਦੇ, ਪਰ ਇਹ ਆਪਣੀ ਕੋਸ਼ਿਸ਼ ਹੈ, ਸਮਾਜ ਤੋਂ ਮਿਲਦਾ ਹੈ, ਮਾਂ ਬਾਪ ਤੋਂ ਮਿਲਦਾ। ਜਿਹੜਾ ਨਾਮ ਹੈ ਉਹ ਕੇਵਲ ਔਰ ਕੇਵਲ ਗੁਰੂ ਬਖਸ਼ਿਸ਼ ਹੈ, ਉਹ ਸਾਡੇ ਪ੍ਰਯਤਨਾਂ ਪਰ ਡਿਪੈਂਡ ਨਹੀਂ ਕਰਦਾ। ਸਾਡਾ ਕੋਈ ਪ੍ਰਯਾਸ ਅੰਦਰ ਨਾਮ ਨਹੀਂ ਪੈਦਾ ਕਰ ਸਕਦਾ। ਜੇ ਗੁਰੂ ਤਰੁੱਠ ਜੇ, ਪਰਮਾਤਮਾ ਗੁਰੂ ਨੂੰ ਸਾਨੂੰ ਮਿਲਾ ਦੇਵੇ, ਫਿਰ ਉਹ ਨਾਮ ਅੰਦਰ ਚੱਲ ਸਕਦਾ, ਅਦਰਵਾਈਜ਼ ਨਹੀਂ ਚੱਲ ਸਕਦਾ। ਇਸੀ ਕਰਕੇ ਨਾਮ ਵਾਲੇ ਸਾਰੀ ਦੁਨੀਆ 'ਚ ਉਂਗਲੀਆਂ ਪਰ ਗਿਣੇ ਜਾ ਸਕਦੇ ਹਨ ਬੰਦੇ, ਹਾਲਾਂਕਿ ਸ੍ਰਿਸ਼ਟੀ ਅਰਬਾਂ 'ਚ ਸਭ ਰੱਬ ਦਾ ਨਾਮ ਲੈਂਦੀ ਹੈ। ਤੋ ਜਿਹੜਾ ਪਰਮਾਤਮਾ ਦਾ ਨਾਮ ਹੈ ਸਾਧ ਸੰਗਤ ਜੀ, ਉਹ ਇਹਦੇ ਨਾਲ ਅੰਦਰ ਦੀ ਕੋਈ ਤਬਦੀਲੀ ਨਹੀਂ ਹੁੰਦੀ। ਜਿਹੜਾ ਨਾਮ ਹੈ ਉਹਦੇ ਨਾਲ ਸਾਰਾ ਹੀ ਬੰਦੇ ਦਾ ਅੰਦਰ ਬਦਲ ਜਾਂਦਾ, ਦੂਜੇ 'ਚੋਂ ਹਟ ਕੇ ਏਕੇ ਨਾਲ ਜੁੜ ਜਾਂਦਾ। ਉਹਦੀ ਜਿਹੜੀ ਮਨੋਦਸ਼ਾ ਉਹ ਪਰਮਾਤਮਾ ਵੱਲ ਹੋ ਜਾਂਦੀ ਹੈ। ਰੱਬ ਦੇ ਨਾਂ ਨਾਲ ਦਸ਼ਾ ਤਾਂ ਬਦਲ ਜਾਂਦੀ ਹੈ, ਦਿਸ਼ਾ ਨਹੀਂ ਬਦਲਦੀ ਜਿੱਕਣ ਆਪਾਂ ਕਰਨ ਲੱਗੇ ਹਾਂ। ਜਿਹੜੇ ਸੰਤ ਹੈ ਜਿਹਦੇ ਅੰਦਰ ਨਾਮ ਚੱਲ ਪਿਆ, ਉਹਨਾਂ ਦੀ ਦਸ਼ਾ ਔਰ ਦਿਸ਼ਾ ਦੋਹੇ ਬਦਲ ਜਾਂਦੀ,
ਆਪਣੇ ਵੱਲੋਂ, ਪਰਿਵਾਰ ਵੱਲੋਂ, ਮਾਇਆ ਵੱਲੋਂ ਹਟਾ ਕੇ ਪਰਮਾਤਮਾ ਵੱਲ ਉਹਨਾਂ ਦੀ ਦਿਸ਼ਾ ਬਣ ਜਾਂਦੀ ਹੈ। ਇਹ ਜਿਹੜਾ ਰੱਬ ਦਾ ਨਾਮ ਹੈ, ਇਹ ਮਨ ਔਰ ਬੁੱਧੀ ਦੇ ਸਮਰਪਣ ਤੋਂ ਬਿਨਾਂ ਹੀ ਆਪਾਂ ਨੂੰ ਮਿਲ ਜਾਂਦਾ। ਆਪਾਂ ਤਾਂ ਕਦੇ ਸਮਰਪਣ ਨਹੀਂ ਕਰਦੇ ਉਹਨੂੰ, ਪਰ ਰੱਬ ਦਾ ਨਾਮ ਤਾਂ ਆਪਾਂ ਲੈਂਦੇ ਹਾਂ। ਲੇਕਿਨ ਜਿਹੜਾ ਨਾਮ ਅੰਦਰ ਪੈਦਾ ਹੋਣਾ, ਉਹਦੀ ਪਹਿਲੀ ਸ਼ਰਤ ਹੀ ਸਮਰਪਣ ਹੈ। ਜਿੰਨਾ ਚਿਰ ਅਸੀਂ ਬੁੱਧੀ ਨੂੰ, ਆਪਣੀ ਨੂੰ, ਮਨ ਨੂੰ ਗੁਰੂ ਦੇ ਅੱਗੇ ਨਹੀਂ ਰੱਖਦੇ ਔਰ ਮੰਨਦੇ ਨਹੀਂ, ਸਾਨੂੰ ਯਕੀਨ ਨਹੀਂ ਹੁੰਦਾ ਉਹਦੇ ਉੱਤੇ, ਉਨਾ ਚਿਰ ਨਾਮ ਅੰਦਰ ਪੈਦਾ ਹੋ ਹੀ ਨਹੀਂ ਸਕਦਾ। ਬਹੁਤ ਵਾਰੀ ਦੇਖਿਆ ਗਿਆ ਵੀ ਰੱਬ ਦਾ ਨਾਮ ਸਗੋਂ ਹਉਮੈ ਨੂੰ ਵਧਾ ਦਿੰਦਾ, ਕਮ ਸੇ ਕਮ ਘਟਾਉਂਦਾ ਨਹੀਂ ਹੈ। ਪਰ ਜਿਹੜਾ ਉੱਧਰ ਨਾਮ ਹੈ, ਉਹ ਹਉਮੈ ਦੇ ਅਭਾਵ 'ਚ ਪੈਦਾ ਹੁੰਦਾ, ਹਉਮੈ ਉੱਥੇ ਹੁੰਦੀ ਓ ਨਹੀਂ ਹੈ। ਨਹੀਂ ਤਾਂ ਨਾਮ ਪੈਦਾ ਹੀ ਨਹੀਂ ਹੁੰਦਾ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਠਾਏ। ਜਾਂ ਹਉਮੈ ਰਹੂਗੀ ਜਾਂ ਨਾਮ ਰਹੂਗਾ। ਇੱਧਰ ਸਾਡੇ 'ਚ ਕਿਆ ਹੋ ਰਿਹਾ ਅੱਜ ਕੱਲ੍ਹ ਮਨੁੱਖਾਂ ਵਿੱਚ? ਅੱਜ ਕੱਲ੍ਹ ਕਿਆ, ਪਹਿਲਾਂ ਤੋਂ ਹੁੰਦਾ ਹੀ ਆਇਆ ਇਸ ਤਰ੍ਹਾਂ ਹੀ। ਸਾਡੇ ਅੰਦਰ ਹਉਮੈ ਵੀ ਉਸੇ ਤਰ੍ਹਾਂ, ਰੱਬ ਦਾ ਨਾਮ ਵੀ ਆਪਾਂ ਲਈ ਜਾਂਦੇ ਹਾਂ। ਇਹ ਫਰਕ ਹੈ ਰੱਬ ਦੇ ਨਾਂ ਅਤੇ ਨਾਮ ਦੇ ਵਿੱਚ। ਰੱਬ ਦਾ ਨਾਮ ਤੀਰਥ ਭਰਮ ਨਹੀਂ ਕਰਾਉਂਦਾ। ਜਿਹੜਾ ਨਾਮ ਹੈ, ਉਸ ਇਹ ਮਨ ਤੀਰਥ ਸਭ ਕਾਸ਼ੀ ਸਿਮਰਤ, ਸਤਿਗੁਰ ਦੀਆ ਬੁਝਾਏ। ਉਹ ਮਨ ਨੂੰ ਹੀ ਤੀਰਥ ਬਣਾ ਕੇ ਬਹਿ ਜਾਂਦਾ ਫਿਰ ਬੰਦਾ। ਉਹਨੂੰ ਪਤਾ ਸਮਝ ਆ ਜਾਂਦੀ ਹੈ ਵੀ ਇਹ ਮਨ ਹੀ ਸਭ ਕੁਛ ਹੈ, ਇਹੀ ਰੱਬ ਹੈ, ਇਹੀ ਖੁੱਟਰ ਹੈ, ਇਹੀ ਪੰਛੀ ਹੈ, ਇਹੀ ਜੋਤ ਸਰੂਪ ਹੈ। ਜਿਹੜੇ ਰੱਬ ਨੂੰ ਦਾ ਨਾਂ ਲੈਂਦੇ ਸੰਸਾਰ, ਉਹ ਰੱਬ ਦੇ ਇੱਕ ਖਾਸ ਨਾਂ ਨਾਲ ਜੁੜੇ ਹੋਏ ਹੁੰਦੇ। ਜਿਵੇਂ ਮੁਸਲਮਾਨ ਭਰਾ ਹੈ, ਅੱਲਾ ਜਾਂ ਖੁਦਾ ਕਹਿੰਦੇ, ਹਿੰਦੂ ਰਾਮ ਜਾਂ ਕ੍ਰਿਸ਼ਨ ਕਹਿੰਦੇ, ਸਿੱਖ ਵਾਹਿਗੁਰੂ ਕਹਿੰਦੇ, ਅੰਗਰੇਜ਼ ਗੋਡ ਕਹਿੰਦੇ। ਪਰ ਜਿਹਦੇ ਅੰਦਰ ਨਾਮ ਚੱਲਦਾ ਹੋਵੇ, ਉਹਦੇ ਵਾਸਤੇ ਸਾਰੇ ਨਾਂ ਮੁਬਾਰਕ ਹੈ। ਇਹੀ ਕਾਰਨ ਹੈ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਨੇਕਾਂ ਹੀ ਨਾਂ ਰੱਬ ਦੇ ਆਉਂਦੇ। ਜਿੰਨੇ ਮਰਜ਼ੀ, ਜਿੰਨੇ ਦੁਨੀਆ 'ਚ ਨਾਮ ਹੈ, ਉਹ ਸਭ ਰੱਬ ਖਾਤਰ ਵਰਤੇ ਗਏ। ਕੋਈ ਇੱਕ ਪਰਟੀਕੂਲਰ ਨਾਂ ਨਹੀਂ ਹੈ ਰੱਬ ਦਾ, ਨਾ ਹੀ ਉਹਦੀ ਕੋਈ ਪਰਟੀਕੂਲਰ ਜਗ੍ਹਾ ਹੈ। ਉਹ ਅਨਾਮ ਹੈ, ਅਠਾਮ। ਨਾ ਉਹਦਾ ਨਾਮ ਹੈ ਕੋਈ, ਨਾ ਉਹਦੀ ਜਗ੍ਹਾ ਹੈ ਕੋਈ। ਸਾਰੇ ਹੀ ਨਾਮ ਉਸਦੇ ਆ, ਸਾਰੀਆਂ ਹੀ ਜਗ੍ਹਾ ਉਸਦੀਆਂ। ਸਾਧ ਸੰਗਤ ਜੀ, ਉਹ ਜਿਹੜਾ ਰੱਬ ਦਾ ਨਾਮ ਹੈ, ਉਹ ਵਰਤ ਹੁੰਦਾ ਸੰਸਾਰ ਵਿੱਚ ਆਪਣੀ ਔਰ ਪਰਿਵਾਰ ਦੀ ਬੜੋਤਰੀ ਖਾਤਰ। ਲੇਕਿਨ ਸੰਤ ਲੋਕ ਨਾਮ ਨੂੰ ਵਰਤਦੇ ਹੈ ਨਿਰੰਕਾਰ ਦੇ ਪ੍ਰੇਮ ਵਧਾਉਣ ਦੇ ਖਾਤਰ, ਆਪਣੇ ਖਾਤਰ ਨਹੀਂ ਵਰਤਦੇ। ਰੱਬ ਦਾ ਨਾਮ ਹੱਠ ਲਈ ਪ੍ਰੇਰਦਾ ਹੈ, ਅਤੇ ਜਿਹੜਾ ਨਾਮ ਹੈ ਅਸਲੀ ਸੰਤਾਂ ਦੇ ਅੰਦਰ ਚੱਲਦਾ, ਉਹ ਰੱਬ ਪਾਉਣ ਦੀ ਬਾਤ ਕਰਦਾ ਸਹਿਜ ਨਾਲ। ਉਹ ਸਹਿਜ ਸੁਭਾਅ ਰੱਬ ਨੂੰ ਪਾਉਂਦਾ। ਰੱਬ ਦਾ ਨਾਮ ਲੈਣ ਵਾਲਿਆਂ ਦੇ ਅੰਦਰ, ਸਾਡੇ ਅੰਦਰ ਕਦੇ ਕਦਾਈ ਰੱਬ ਦਾ ਡਰ ਜ਼ਰੂਰ ਪੈਦਾ ਹੁੰਦਾ, ਕਦੇ ਕਦਾਈ। ਹਾਲਾਂਕਿ ਸੰਤਾਂ ਦੇ ਅੰਦਰ ਨਿਰਮਲ ਭਾਵ 24 ਘੰਟੇ ਰਹਿੰਦਾ। ਉਹ ਹਰ ਵਕਤ ਇਹ ਸਮਝਦੇ ਵੀ ਤੂੰ ਮੈਨੂੰ ਦੇਖ ਰਿਹਾ। ਦੁਨੀਆ ਦੇ ਵਿੱਚ ਡਰ ਪ੍ਰਧਾਨ ਹੁੰਦਾ, ਮੌਤ ਦਾ ਡਰ ਖਾਸ ਕਰਕੇ। ਜਿਹਦੇ ਅੰਦਰ ਨਾਮ ਚੱਲਦਾ, ਉਹਨਾਂ ਨੂੰ ਕੋਈ ਡਰ ਨਹੀਂ ਪਾਉਂਦਾ, ਨੇੜੇ ਵੀ ਨਹੀਂ ਜਾਂਦਾ। ਚਾਹੇ ਆਰਾ ਚੱਲੀ ਜਾਵੇ, ਚਾਹੇ ਤਵੀ 'ਤੇ ਬਿਠਾਏ ਜਾਂਦੇ ਹੋਣ, ਚਾਹੇ ਹਾਥੀਆਂ ਨਾਲ ਬੰਨ੍ਹ ਕੇ ਪਾੜੇ ਜਾਂਦੇ ਹੋਵੇਂ, ਕੁਹਾੜਾ ਚੱਲਦਾ ਹੋਵੇ, ਬੰਦ ਬੰਦ ਕੱਟੇ ਜਾਂਦੇ ਹੋਵੇਂ, ਉਹ ਨਹੀਂ ਡਰਦੇ ਉਸ ਤੋਂ। ਨਿਰਮਲ ਭਾਵ ਅੰਦਰ ਪੈਦਾ ਹੁੰਦਾ। ਜਿਵੇਂ ਸੂਰਜ ਦੇ ਸਾਹਮਣੇ ਲਾਟੂ, ਬਲਬ, ਟਿਊਬਾਂ, ਮੋਮਬੱਤੀਆਂ ਫਿੱਕੀਆਂ ਪੈ ਜਾਂਦੀਆਂ। ਨਿਰਮਲ ਭਾਵ ਜਦ ਪੈਂਦਾ ਨਾ ਅੰਦਰ, ਸੂਰਜ ਚੜ੍ਹਦਾ ਨਿਰਮਲ ਭਾਵ ਦਾ, ਬਾਕੀ ਸਾਰੇ ਡਰ ਛੱਡ ਕੇ ਲੰਘ ਜਾਂਦੇ। ਅਤੇ ਸਾਧ ਸੰਗਤ ਜੀ, ਉਹ ਜਿਹੜਾ ਨਾਮ ਰੱਬ ਦਾ ਲੈਣੇ ਵਾਲੇ ਅਸੀਂ ਲੋਕ ਹੈ, ਅਸੀਂ ਅੰਧ ਵਿਸ਼ਵਾਸੀ ਹੁੰਦੇ ਜਾਂ ਚੁੰਝ ਗਿਆਨੀ ਹੋ ਸਕਦੇ। ਜਿਹੜਾ ਸੰਤ ਹੈ ਨਾਮ ਵਾਲਾ, ਉਹ ਵਿਵੇਕੀ ਔਰ ਨਿਰਮਲ ਕਰਮੀ ਹੁੰਦਾ। ਉਹਦੇ ਕਰਮ ਵੀ ਨਿਰਮਲ, ਉਹਦੇ ਅੰਦਰ ਵੀ ਵਿਵੇਕ ਹੁੰਦਾ, ਅੰਧ ਵਿਸ਼ਵਾਸੀ ਨਹੀਂ ਹੁੰਦਾ ਉਹ। ਉਹਨੂੰ ਗਿਆਨ ਹੁੰਦਾ ਹੈ, ਸ਼ਰਧਾ ਵੀ ਪੂਰੀ ਹੁੰਦੀ ਹੈ, ਗਿਆਨ ਵੀ ਪੂਰਾ ਹੁੰਦਾ। ਇਕੱਲਾ ਰੱਬ ਦਾ ਨਾਮ ਲੈਣ ਦੇ ਨਾਲ ਸੁਰਤ ਉੱਚੀ ਨਹੀਂ ਹੁੰਦੀ ਕਦੇ ਵੀ, ਸਗੋਂ ਮਨ ਉੱਚਾ ਹੋ ਜਾਂਦਾ ਕਈ ਵਾਰੀ ਵੀ ਮੈਂ ਬੜਾ ਭਗਤ ਬਣ ਗਿਆ। ਜਿਹੜਾ ਸੰਤ ਹੁੰਦਾ, ਜਿਹਦੇ ਅੰਦਰ ਨਾਮ ਚੱਲਦਾ ਹੈ, ਉਹਦੀ ਸੁਰਤ ਉੱਚੀ ਹੋਈ ਜਾਂਦੀ ਹੈ ਡੇ ਬਾਈ ਡੇ, ਔਰ ਮਨ ਨੀਵਾਂ ਹੁੰਦਾ ਚਲੇ ਜਾਂਦਾ। ਜਿਹੜਾ ਰੱਬ ਦਾ ਨਾਮ ਲੈਣ ਵਾਲੇ ਅਸੀਂ ਲੋਕ ਹੈ ਸੰਸਾਰੀ, ਅਸੀਂ ਤ੍ਰਿਸ਼ਨਾਲੂ ਹੁੰਦੇ ਹਾਂ। ਜਿਹੜੇ ਨਾਮ ਵਾਲੇ ਹੈ, ਉਹ ਸੰਤੋਖੀ ਬਣ ਜਾਂਦੇ। ਦੇਖੋ ਕਿੰਨਾ ਅੰਤਰ ਹੈ ਰੱਬ ਦੇ ਨਾਂ ਦਾ ਅਤੇ ਅਸਲੀ ਨਾਮ ਦਾ। ਹੈ ਤਾਂ ਉਹ ਵੀ ਰੱਬ ਦਾ ਹੀ ਨਾਮ ਹੈ, ਪਰ ਅੰਤਰ ਬਹੁਤ ਹੈ। ਨਾਮ ਲੈਣ ਵਾਲੇ ਦਰਿਆਵਾਂ ਦੇ ਤਟਾਂ ਪਰ, ਤੀਰਥਾਂ ਪਰ ਰਟਨ ਕਰਕੇ ਉੱਥੇ ਆਪਣਾ ਘਰ ਬਣਾਉਂਦੇ। ਜਿਹੜਾ ਸੰਤ ਹੈ, ਉਹ ਸਹਿਜ ਸੁੰਨ ਦੇ ਘਾਟਾਂ ਪਰ ਆਪਣਾ ਮੱਠ ਬਣਾਉਂਦਾ। ਸਹਿਜ ਸੁੰਨ ਦੇ ਘਾਟ ਕਿਹੜੇ ਆ? ਜਿਹੜੇ ਮਨ ਵਿੱਚ ਹੀ ਬਣਦੇ। ਚੌਥਾ ਸੁੰਨ, ਹਰ ਵਕਤ ਸੰਤ ਉਹਦੇ 'ਚ ਰਹਿੰਦਾ, ਨਾ ਕਿ ਕਿਸੇ ਬਾਹਰ ਦੇ ਤੀਰਥ ਜਾਂ ਮੱਠ ਪਰ। ਰੱਬ ਦਾ ਨਾਮ ਲੈਣ ਵਾਲਾ ਕੁਛ ਹੱਦ ਤੱਕ ਪਵਿੱਤਰ ਹੋ ਸਕਦਾ ਹੈ,
ਪਰ ਉਹਨੂੰ ਭੇਂਟ ਨਹੀਂ ਹੁੰਦੀ। ਭੇਂਟਾਂ ਹੋਣੀਆਂ ਜਿਹੜੇ ਦੇ ਅੰਦਰ ਨਾਮ ਚੱਲਦਾ, ਭੇਂਟਾਂ ਤੋਂ ਬਾਅਦ ਹੀ ਨਾਮ ਨੇ ਚੱਲਣਾ। ਉਹ ਤਾਂ ਫਿਰ ਟੋਟਲੀ ਪਵਿੱਤਰ ਹੋ ਜਾਂਦਾ, ਮਨ ਤੋਂ ਵੀ, ਸਰੀਰ ਤੋਂ ਵੀ, ਆਤਮਾ ਤੋਂ ਵੀ। ਸਾਧ ਸੰਗਤ ਜੀ, ਉਹ ਨਾਮ ਲੈਣ ਵਾਲਾ ਸਤੋ ਗੁਣੀ ਹੋ ਸਕਦਾ ਹੈ, ਕਿਉਂਕਿ ਮਾਇਆ ਦਾ ਗੁਣ ਹੈ ਜਿਹੜਾ ਸਤੋ, ਉਹਦੇ ਵਿੱਚ ਇਖਲਾਕ ਆਉਂਦਾ ਹੈ, ਜ਼ਮੀਰ ਆਉਂਦੀ ਹੈ, ਰੂਹਾਨੀ ਬਣ ਜਾਂਦਾ, ਪਰ ਉਹ ਨੂਰਾਨੀ ਨਹੀਂ ਹੁੰਦਾ। ਕਰਮੀ ਹੋ ਜਾਂਦਾ ਪਰ ਹੁਕਮੀ ਨਹੀਂ ਹੁੰਦਾ। ਹਾਲਾਂਕਿ ਸੰਸਾਰ ਉਹਦੀ ਵੀ ਪੂਜਾ ਕਰਦਾ, ਜਿਵੇਂ ਸਰਵਣ ਭਗਤ ਦੀ ਕਰਦਾ। ਗੁਰਬਾਣੀ ਨੇ ਉਹਨੂੰ ਕੋਈ ਮਾਨਤਾ ਨਹੀਂ ਦਿੱਤੀ। ਉਹ ਉੱਚਾ ਹੁੰਦਾ ਹੈ, ਸਤੋਗੁਣ 'ਚ ਹੁੰਦਾ, ਇਖਲਾਕ ਵੀ ਹੁੰਦਾ ਹੈ, ਔਰ ਉਹਦੇ ਅੰਦਰ ਰੂਹਾਨੀਅਤ ਵੀ ਹੁੰਦੀ ਹੈ, ਪਰ ਨੂਰਾਨੀਅਤ ਨਹੀਂ ਹੁੰਦੀ। ਇਹ ਫਰਕ ਹੈ ਇਹਨਾਂ ਵਿੱਚ। ਜਿਹੜਾ ਸੰਤ ਹੈ, ਜਿਹਦੇ ਅੰਦਰ ਨਾਮ ਚੱਲਦਾ, ਉਹ ਆਪਣੀ ਜ਼ਮੀਰ ਨੂੰ ਗੁਰੂ ਦੇ ਪਰਾਇਣ ਕਰ ਦਿੰਦਾ। ਜਿਹੜੀ ਜ਼ਮੀਰ ਹੈ, ਇਹ ਵੀ ਆਪਣੇ ਅੰਦਰੋਂ ਪੈਦਾ ਹੁੰਦੀ ਹੈ, ਮਾਂ ਬਾਪ ਤੋਂ, ਸੁਸਾਇਟੀ ਤੋਂ ਮਿਲੀ ਹੁੰਦੀ ਹੈ, ਸੰਸਕਾਰ ਹੁੰਦੇ। ਇਹ ਵੀ ਇੱਕ ਹਉਮੈ ਦੀ ਉਹ ਉਪਜ ਹੁੰਦੀ ਹੈ ਵੀ ਮੇਰੀ ਜ਼ਮੀਰ ਹੈ, ਮੈਂ ਇਹ ਨਹੀਂ ਕਰਨਾ, ਮੈਂ ਉਹ ਨਹੀਂ, ਸੰਸਾਰ ਦੇ ਵਿੱਚ ਚੱਲਦਾ ਹੈ। ਪਰ ਜਿਹੜਾ ਗੁਰੂ ਜਾਂ ਸੰਤ ਹੁੰਦਾ, ਉਹ ਪਰਮਾਤਮਾ ਨੂੰ, ਆਪਣੇ ਗੁਰੂ ਨੂੰ ਆਪਣੀ ਜ਼ਮੀਰ ਅਰਪਣ ਕਰ ਦਿੰਦਾ। ਦਸਵੇਂ ਪਾਤਸ਼ਾਹ, ਸਾਰੀ ਸ੍ਰਿਸ਼ਟੀ ਦੇ ਮਾਲਕ, ਆਪਣੀ ਜ਼ਮੀਰ ਨੂੰ ਉਦੋਂ ਉਹਨਾਂ ਨੇ ਗੁਰੂ ਖਾਲਸੇ ਨੂੰ ਅਰਪਣ ਕਰ ਦਿੱਤਾ, ਜਦੋਂ ਮਨ ਤਾਂ ਚਾਹੁੰਦਾ ਸੀ ਵੀ ਮੈਂ ਲੜਾਈ ਕਰਾਂ। ਚਮਕੌਰ ਦੇ ਜੰਗ ਦੀ ਬਾਤ ਹੋ ਰਹੀ ਹੈ, ਸ੍ਰੀ ਚਮਕੌਰ ਸਾਹਿਬ ਦੀ। ਮੁੱਛਾਂ ਵੀ ਫਰਕੀਆਂ, ਬਾਜ ਨੇ ਵੀ ਖੰਭ ਫੜਫੜਾਏ, ਔਰ ਸ੍ਰੀ ਸਾਹਿਬ ਵੀ ਜੀਭ ਕੱਢਣ ਲੱਗ ਪਈ। ਇਹ ਕਵੀਆਂ ਦੀ ਕਥਨ ਹੈ। ਔਰ ਸਰੀਰ ਨੂੰ ਤਾਉ ਆ ਗਿਆ ਵੀ ਮੈਂ ਮੈਦਾਨੇ ਜੰਗ 'ਚ ਜਾਣਾ ਹੁਣ, ਜਦ ਸਾਹਿਬਜ਼ਾਦੇ ਸ਼ਹੀਦ ਹੋਏ, ਪਹਿਲਾਂ ਸਿੰਘ ਸ਼ਹੀਦ ਹੋਏ। ਲੇਕਿਨ ਉਸ ਟਾਈਮ ਗੁਰੂ ਖਾਲਸੇ ਨੂੰ ਜਦੋਂ ਹੁਕਮ ਕਰਿਆ ਵੀ ਤੁਸੀਂ ਛੱਡ ਕੇ ਜਾਓ ਜੀ ਇੱਥੋਂ, ਤੁਸੀਂ ਨਹੀਂ ਜਾਣਾ ਲੜਾਈ ਦੇ ਮੈਦਾਨ 'ਚ, ਨਾ ਚਾਹੁੰਦੇ ਹੋਏ ਵੀ ਉਹ ਫਿਰ ਬਾਹਰ ਜਾਣਾ ਪਿਆ ਉਹਨਾਂ ਨੂੰ। ਆਪਣੀ ਜ਼ਮੀਰ ਨੂੰ ਗੁਰੂ ਦੇ ਅਰਪਣ ਕਰ ਦਿੱਤਾ ਉਹਨਾਂ ਨੇ, ਗੁਰੂ ਖਾਲਸੇ ਦੇ। ਇਹ ਹੈ ਸੰਤ ਦਾ ਲੱਛਣ। ਜਿਹੜਾ ਦੁਨਿਆਵੀ ਬੰਦਾ, ਉਹ ਆਪਣੀ ਜ਼ਮੀਰ ਖਾਤਰ ਮਰ ਮਿਟਦਾ ਹੈ। ਹਾਲਾਂਕਿ ਆਮ ਬੰਦਿਆਂ ਨਾਲੋਂ ਤਾਂ ਜ਼ਮੀਰ ਵਾਲਾ ਉੱਚਾ ਹੁੰਦਾ, ਸਤੋਗੁਣ ਹੁੰਦਾ, ਉਹ ਰਜੋ ਤਮੋ ਤੋਂ ਉੱਚਾ ਹੁੰਦਾ। ਪਰ ਜਿੱਥੇ ਗੱਲ ਫਿਰ ਨੂਰਾਨੀਅਤ ਦੀ ਆਉਂਦੀ ਹੈ, ਉੱਥੇ ਜ਼ਮੀਰ ਨੂੰ ਪਿੱਛੇ ਸਿੱਟਣਾ ਪੈਂਦਾ ਗੁਰੂ ਦੇ ਖਾਤਰ। ਜੇ ਗੁਰੂ ਨੇ ਹੁਕਮ ਕਰ ਦਿੱਤਾ, ਬਿਲਕੁਲ ਨਹੀਂ ਮਨ ਮੰਨਦਾ, ਤਾਂ ਵੀ ਉਹ ਕਰਨਾ ਪੈਂਦਾ, ਕਿਉਂਕਿ ਉਹ ਭਾਣੇ 'ਚ ਆ ਜਾਂਦਾ। ਤੋ ਸਾਧ ਸੰਗਤ ਜੀਓ, ਰੱਬ ਦਾ ਨਾਮ ਬੇਸ਼ੱਕ ਪਵਿੱਤਰ ਹੈ, ਪੁਨੀਤ ਹੈ, ਇਹਨੂੰ ਅੰਦਰ ਸਿੰਜਣਾ ਹੈ। ਜਦ ਸਿੰਜਿਆ ਗਿਆ ਅੰਦਰ, ਫਿਰ ਅੰਦਰੋਂ ਨਾਮ ਫੁੱਟੂਗਾ ਰੱਬ ਦਾ। ਨਾਏ ਮੰਨਿਆ ਨਾਮ ਉਪਜੈ, ਸਹਿਜੇ ਸੁਖ ਪਾਇਆ। ਨਾਮ ਰੱਬ ਦੇ ਨੂੰ ਮੰਨਣ ਦੇ ਨਾਲ ਸਹਿਜ ਨੇ ਪੈਦਾ ਹੋਣਾ, ਫਿਰ ਨਾਮ ਉਪਜਣਾ ਅੰਦਰੋਂ। ਜੰਪੋਂ ਗੁਣ ਬਿਮਲ ਸੁਜਨ ਜਨ ਕੇਰੇ, ਅਮਿਆ ਨਾਮ ਜਾਂ ਕੋ ਫੁਰਿਆ। ਔਰ ਉਦੋਂ ਫਿਰ ਇਹ ਬਾਤ ਬਣਦੀ ਹੈ ਗੁਰਬਾਣੀ ਦਾ ਜਿਹੜਾ ਇਹ ਮਹਾਂਵਾਕ ਹੈ, ਸਰਬ ਰੋਗ ਕਾ ਔਖਦ ਨਾਮ। ਸਾਰੀਆਂ ਬਿਮਾਰੀਆਂ ਦੀ ਦਾਰੂਏ ਹਰ ਦਰਦਰਾ, ਯਾਦੇ ਖੁਦਾਸਤ, ਭਾਈ ਨੰਦ ਲਾਲ ਜੀ। ਫਿਰ ਇਹ ਦਾਰੂ ਬਣ ਜਾਂਦਾ ਜਿਹੜਾ ਨਾਮ ਹੈ ਸਾਰੀਆਂ ਬਿਮਾਰੀਆਂ ਦਾ। ਰੱਬ ਦਾ ਨਾਂ ਅਸੀਂ ਸਮਝਦੇ ਹਾਂ ਵੀ ਸ਼ਾਇਦ ਇਹੀ ਦਾਰੂ ਹੈ, ਵੀ ਇਹਦਾ ਅਰਥ ਏਕਣ ਕਰ ਲੈਂਦੇ ਹਾਂ ਨਾ, ਬਾਹਰੀ ਅੱਖਰੀ ਅਰਥ ਪੇਤਲਾ ਪੇਤਲਾ, ਇਹ ਮਤਲਬ ਨਹੀਂ ਹੈ। ਆਪਾਂ ਜਦ ਕੋਈ ਬੱਚਾ ਢਿੱਲਾ ਹੋ ਜਾਏ, ਕੋਈ ਡੰਗਰ ਢਿੱਲਾ ਹੋ ਜਾਏ, ਬੜਾ ਫਿਰ ਯਾਦ ਕਰਦੇ ਹਾਂ ਉਹਨੂੰ, ਪਾਠ ਵੀ ਕਰਾਉਂਦੇ, ਨਾਲ ਚਲਾਉਂਦੇ ਵੀ ਅੱਜ ਇੰਨਾ ਪਾਠ ਮੈਂ ਕਰਾਂ ਤਾਂ ਕਿ ਠੀਕ ਹੋ ਜਾਏ। ਉਹ ਨਹੀਂ ਹੁੰਦਾ ਉਹਦੇ ਹੁਕਮ ਵਿੱਚ, ਕਈ ਵਾਰੀ ਹੋ ਵੀ ਜਾਂਦਾ, ਨਹੀਂ ਵੀ ਹੁੰਦਾ, ਉਹਦਾ ਹੁਕਮ ਹੈ। ਜਦ ਨਹੀਂ ਹੁੰਦਾ ਫਿਰ ਆਪਾਂ ਛੱਡ ਦਿੰਦੇ ਇਸ ਮਾਰਗ ਨੂੰ, ਵੀ ਨਹੀਂ ਜੀ ਨਹੀਂ, ਕੁਛ ਨਹੀਂ ਹੈ, ਮੈਂ ਬਥੇਰਾ ਪਾਠ ਕਰਿਆ, ਇੰਨੀ ਗੱਲ ਨਹੀਂ ਬਣੀ ਹੈ। ਸਾਨੂੰ ਉਹਦੀ ਸਮਝ ਨਹੀਂ ਹੈ ਵੀ ਸਰਬ ਰੋਗ ਕਾ ਔਖਦ ਨਾਮ ਕਿਹਨੂੰ ਕਹਿੰਦੇ। ਜਿਹਦੇ ਅੰਦਰ ਨਾਮ ਚੱਲ ਪਿਆ, ਉਹਦਾ ਇੱਕ ਸ਼ਬਦ ਵੀ ਸੱਚਾ ਹੋ ਜਾਊਗਾ ਬੋਲਿਆ ਹੋਇਆ। ਪਹਾੜ ਹਿੱਲ ਜੂਗਾ, ਉਹਦਾ ਸ਼ਬਦ ਅਠਲਾਦਾ ਹੁੰਦਾ, ਉਹਦਾ ਬੋਲ ਬੋਲਿਆ ਹੋਇਆ ਕਦੇ ਬਿਰਥਾ ਨਹੀਂ ਜਾਂਦਾ ਸੰਤ ਦਾ। ਉਹ ਹੈ ਨਾਮ ਵਾਲੇ ਦਾ ਬੋਲ। ਫਿਰ ਸਰਬ ਰੋਗਾਂ ਦਾ ਔਖਦ ਬਣਦੀ ਹੈ ਜਿਹੜਾ ਨਾਮ ਹੈ। ਜਿਵੇਂ ਆਪਾਂ ਸਮਝ ਲੈਂਦੇ ਹਾਂ, ਉੱਕਣ ਦੀ ਗੱਲ ਨਹੀਂ ਹੈ। ਤਾਂ ਚਲੋ ਵਿਚਾਰ ਕਾਫੀ ਲੰਬੀ ਹੋ ਗਈ ਸਾਧ ਸੰਗਤ ਜੀ, ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।